ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਅਸੀਂ ਫੇਰ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਲਗਭਗ ਹਰ ਇਨਸਾਨ ਦੇ ਦਿਮਾਗ 'ਚ ਤਾਂ ਹੁੰਦਾ ਹੈ, ਲੇਕਿਨ ਰੁਝੇਵਿਆਂ ਕਾਰਨ ਜਿਹੜਾ ਉਹ ਉਸ ਦੇ ਉੱਤੇ ਜ਼ਿਆਦਾ ਚਰਚਾ ਨਹੀਂ ਕਰ ਪਾਉਂਦੇ, ਲੇਕਿਨ ਜੁੜਿਆ ਉਹ ਅੱਜ ਦੇ ਹਰ ਇਨਸਾਨ ਦੇ ਨਾਲ ਹੈ। ਤੇ ਵਿਸ਼ਾ ਹੈਗਾ ਕਿ ਲੰਮੇ ਸਮੇਂ ਦੇ ਵਿੱਚ ਜਦੋਂ ਜਿਉਂ-ਜਿਉਂ ਡਾਕਟਰੀ ਦਾ ਕਿੱਤਾ ਵੱਧਦਾ ਚਲਾ ਜਾ ਰਿਹਾ ਹੈ, ਤਿਉਂ-ਤਿਉਂ ਹਸਪਤਾਲਾਂ ਡਾਕਟਰਾਂ ਦੇ ਕੋਲ ਜਿਹੜੀ ਆ ਉਹ ਭੀੜ ਵੀ ਵੱਧਦੀ ਜਾ ਰਹੀ ਹੈ। ਕੋਈ ਵੇਲਾ ਸੀਗਾ ਜਦੋਂ ਮਰੀਜ਼ ਜਿਹੜੇ ਸੀ ਉਹ ਪਾਪੂਲੇਸ਼ਨ ਘੱਟ ਹੋਇਆ ਕਰਦੀ ਸੀ, ਜਨਸੰਖਿਆ ਘੱਟ ਹੋਇਆ ਕਰਦੀ ਸੀ ਤੇ ਮਰੀਜ਼ ਵੀ ਘੱਟ ਹੋਇਆ ਕਰਦੇ ਸੀ। ਉਦੋਂ ਸਿਹਤ ਸੁਵਿਧਾਵਾਂ ਵੀ ਘੱਟ ਸੀਗੀਆਂ, ਮਰੀਜ਼ ਵੀ ਘੱਟ ਸੀਗੇ। ਲੇਕਿਨ ਅੱਜ ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਹੈਗੀਆਂ ਨੇ, ਲੇਕਿਨ ਉਨੇ ਹੀ ਮਰੀਜ਼ ਵੀ ਜ਼ਿਆਦਾ ਹੋ ਗਏ ਨੇ। ਇਹਦੇ ਪਿੱਛੇ ਦੇ ਕੀ ਕਾਰਨ ਸੀ? ਕੋਈ ਉਮੀਦ ਤਾਂ ਇਹ ਕੀਤੀ ਜਾ ਰਹੀ ਸੀ ਕਿ ਜਿਉਂ-ਜਿਉਂ ਡਾਕਟਰੀ ਦਾ ਕਿੱਤਾ ਵਧੇਗਾ, ਡਾਕਟਰਸ ਆਪਾਂ ਹੋਰ ਕੁਆਲੀਫਾਈਡ ਡਾਕਟਰ ਲੈ ਕੇ ਆਵਾਂਗੇ, ਤਿਉਂ-ਤਿਉਂ ਜਿਹੜਾ ਉਹ ਮਰੀਜ਼ਾਂ ਦੀ ਗਿਣਤੀ ਘਟੇਗੀ, ਲੋਕੀ ਸਿਹਤਮੰਦ ਹੋਣਗੇ। ਲੇਕਿਨ ਹੋਇਆ ਇਸ ਤੋਂ ਉਲਟ। ਮਰੀਜ਼ ਜਿੰਨੇ ਡਾਕਟਰ ਵਧੇ ਉਸ ਤੋਂ ਕਈ ਗੁਣਾ ਵੱਧ ਜਿਹੜੇ ਮਰੀਜ਼ ਵਧ ਗਏ। ਇਹਦੇ ਪਿੱਛੇ ਦੇ ਕੀ ਕਾਰਨ ਨੇ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ ਚਰਚਾ ਦੇ ਵਿੱਚੋਂ ਇਹ ਕੱਢ ਕੇ ਲਿਆਵਾਂਗੇ ਕਿ ਇਹਦੇ ਪਿੱਛੇ ਦਾ ਅਸਲ ਸੱਚ ਕੀ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਤੁਹਾਡੀ ਉਮਰ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਨਾਲੋਂ ਕਿਤੇ ਵੀ ਜ਼ਿਆਦਾ ਤਜਰਬਾ ਹੈ ਤੇ ਮੇਰੇ ਨਾਲ ਉਮਰ ਵੀ ਵੱਧ ਹੈਗੀ ਹੈ, ਤੇ ਤੁਸੀਂ ਉਹ ਸਮਾਂ ਵੀ ਦੇਖਿਆ ਹੋਣਾ ਜਦੋਂ ਸਿਹਤਮੰਦ ਜ਼ਿਆਦਾ ਹੋਇਆ ਕਰਦੇ ਸੀ, ਡਾਕਟਰ ਸੁਵਿਧਾਵਾਂ ਵੀ ਘੱਟ ਹੋਇਆ ਕਰਦੀ ਸੀ, ਲੇਕਿਨ ਸਿਹਤ ਜਿਹੜੀ ਲੋਕਾਂ ਦੀ ਜ਼ਿਆਦਾ ਵਧੀਆ ਹੋਇਆ ਕਰਦੀ ਸੀ। ਤੇ ਉਦੋਂ ਇਹ ਸੋਚਿਆ ਗਿਆ ਸੀਗਾ ਕਿ ਜਦੋਂ ਜੇਕਰ ਆਪਾਂ ਡਾਕਟਰੀ ਦਾ ਕਿੱਤਾ ਵਧਾ ਦਈਏ, ਡਾਕਟਰ ਵਧਾ ਦਈਏ, ਕੁਆਲੀਫਾਈਡ ਡਾਕਟਰ ਲੈ ਆਈਏ, ਤੇ ਜਿਹੜੀਆਂ ਇਹ ਬਿਮਾਰੀਆਂ ਨੇ ਇਹ ਵੀ ਖਤਮ ਹੋ ਜਾਣਗੀਆਂ ਤੇ ਲੋਕੀ ਸਿਹਤਮੰਦ ਹੋਣਗੇ। ਲੇਕਿਨ ਹੋਇਆ ਤਾਂ ਇਸ ਤੋਂ ਉਲਟ। ਕੁਲਵੰਤ ਜੀ, ਬਹੁਤ ਵਧੀਆ ਵਿਸ਼ਾ ਤੁਸੀਂ ਲਿੱਤਾ ਅੱਜ, ਕਿਉਂਕਿ ਇਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਸਾਡੇ ਸਭ ਦੇ ਦਿਮਾਗਾਂ ਦੇ ਵਿੱਚ ਕਿ ਯਾਰ ਇਹ ਜਿਹੜਾ ਡਾਕਟਰ ਵੀ ਇੰਨੇ ਵੱਧ ਗਏ, ਹਸਪਤਾਲ ਵੀ ਖੁੱਲ੍ਹ ਗਏ। ਪਹਿਲਾਂ ਲੋਕ ਕੋਈ ਜਾਂਦਾ ਹੀ ਨਹੀਂ ਸੀ ਹੁੰਦਾ ਹਸਪਤਾਲ, ਅਤੇ ਹੁਣ ਹਸਪਤਾਲ ਹੀ ਤੁਰੇ ਰਹਿੰਦੇ ਅਸੀਂ। ਅਤੇ ਬੱਚਿਆਂ ਦਾ ਤਾਂ ਇਹ ਹਾਲ ਹੈ ਵੀ ਬੱਚੇ ਮੇਰੇ ਖਿਆਲ 'ਚ ਹਰ ਮਹੀਨੇ ਡੇਢ ਮਹੀਨੇ ਬਾਅਦ ਹਸਪਤਾਲ ਹੀ ਖੜ੍ਹੇ ਹੁੰਦੇ ਆ ਡਾਕਟਰ ਕੋਲ। ਅਤੇ ਬਾਕੀ ਵੱਡੇ ਜਿਹੜੇ ਸੁੱਖ ਨਾਲ ਜਿਹੜੀ ਬਿਮਾਰੀ ਇੱਕ ਵਾਰੀ ਚੰਬੜਦੀ ਹੈ ਉਹ ਸਾਰੀ ਉਮਰ ਦਵਾਈਆਂ ਹੀ ਖਾਈ ਜਾਂਦਾ। ਕੋਈ ਹਫ਼ਤੇ ਬਾਅਦ ਜਾ ਰਿਹਾ, ਕੋਈ 2 ਹਫ਼ਤੇ ਬਾਅਦ ਜਾ ਰਿਹਾ, ਕੋਈ 3 ਹਫ਼ਤੇ ਬਾਅਦ ਜਾ ਰਿਹਾ। ਤਾਂ ਉਹ ਕਿਤੇ ਨਾ ਕਿਤੇ ਚੈੱਕਅਪ ਹੀ ਕਰਾਉਂਦੇ ਰਹਿੰਦੇ ਆ। ਟੈਸਟ ਕਦੀ ਮਹਿੰਗੇ ਟੈਸਟ ਲਿਖਤੇ, ਕਦੀ ਮਹਿੰਗੀਆਂ ਦਵਾਈਆਂ ਲਿਖਤੀਆਂ, ਕਦੀ ਕੋਈ ਦਵਾਈ ਦਾ ਸਾਈਡ ਇਫੈਕਟ ਹੋ ਗਿਆ, ਕਦੀ ਕੋਈ ਆਪਰੇਸ਼ਨ ਕਰਾਓ ਜੀ, ਕਦੀ ਕੋਈ ਜੇ ਕੈਂਸਰ ਹੋ ਗਿਆ ਤਾਂ ਉਹ ਸਿਆਪਾ ਹੀ ਗਲ ਪੈ ਗਿਆ, ਕਾਲਾ ਪੀਲੀਆ ਹੋ ਗਿਆ। ਤਾਂ ਇਹ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਇੱਕ ਵਾਰੀ ਚੰਬੜਦੀਆਂ ਨੇ ਤਾਂ ਫਿਰ ਸਾਰੀ ਉਮਰ ਦਵਾਈਆਂ ਖਾਈ ਜਾਓ। ਹੁਣ ਦੇਖੋ, ਇਹ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਆਸ ਬਿਲਕੁਲ ਉਲਟ ਕਰਨੀ ਕਰਕੇ ਸੀਗੀ ਕਿ ਜਿਵੇਂ ਜਿਵੇਂ ਡਾਕਟਰੀ ਸਹੂਲਤਾਂ ਵਧਣਗੀਆਂ ਤਾਂ ਬਿਮਾਰੀਆਂ ਕਿਉਰ ਹੋਣਗੀਆਂ, ਜੜੋਂ ਜਾਣਗੀਆਂ, ਅਤੇ ਸਮਾਜ ਜਿਹੜਾ ਹੈ ਉਹ ਖੁਸ਼ਹਾਲ ਹੋਏਗਾ, ਖੁਸ਼ੀਆਂ ਖੇੜਿਆ ਭਰਿਆ ਹੋਏਗਾ, ਤੰਦਰੁਸਤ ਹੋਏਗਾ। ਅਤੇ ਬਿਮਾਰੀਆਂ ਜਿਹੜੀਆਂ ਨੇ ਉਹ ਬਿਮਾਰ ਹੋਣ ਤੋਂ ਪਹਿਲਾਂ ਹੀ ਮਤਲਬ ਪਹਿਲਾਂ ਆਸ ਇਹ ਕੀਤੀ ਜਾਂਦੀ ਸੀ ਕਿ ਅਸੀਂ ਹੌਲੀ ਹੌਲੀ ਉਸ ਸਟੇਜ 'ਤੇ ਪਹੁੰਚ ਜਾਂਗੇ ਵੀ ਬੰਦੇ ਨੂੰ ਬਿਮਾਰ ਹੋਣ ਤੋਂ ਪਹਿਲਾਂ ਹੀ ਫੜ ਲਓ। ਸਾਨੂੰ ਪਹਿਲਾਂ ਹੀ ਪਤਾ ਲੱਗ ਜਾਏ ਵੀ ਬੰਦਾ ਹੁਣ ਇਹ ਬਿਮਾਰ ਹੋਊਗਾ ਅਤੇ ਇਹਨੂੰ ਪਹਿਲਾਂ ਹੀ ਫੜ ਲਓ ਜਾਂ ਪਹਿਲੇ ਦੂਜੇ ਦਿਨ ਫੜ ਲਓ। ਇੱਥੇ ਹਾਲਤ ਉਲਟਾ ਹੋਈ ਪਈ ਹੈ। ਤਾਂ ਗੰਭੀਰ ਬਿਮਾਰੀਆਂ ਬਹੁਤ ਜ਼ਿਆਦਾ ਨੇ। ਸਰੀਰ ਦੀਆਂ ਗੰਭੀਰ ਬਿਮਾਰੀਆਂ ਤਾਂ ਹੈਗੀਆਂ ਨੇ, ਮਨ ਦੀਆਂ ਗੰਭੀਰ ਬਿਮਾਰੀਆਂ ਤਾਂ ਦੇਖੋ ਹਨੇਰੀ ਆਈ ਪਈ ਹੈ। ਕੁਝ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਕਿਸੇ ਪਹਿਲੇ ਜਦੋਂ ਸੋਚਿਆ ਗਿਆ ਸੀਗਾ ਵੀ ਲੋਕੀ ਠੀਕ ਹੋਣਗੇ, ਡਾਕਟਰ ਦਾ ਕਿੱਤਾ ਆਏਗਾ, ਅਤੇ ਕੁਝ ਅਜਿਹੀਆਂ ਬਿਮਾਰੀਆਂ ਸੀ ਜਦੋਂ ਉਦੋਂ ਹੁੰਦੀਆਂ ਨਹੀਂ ਸੀ, ਹੁਣ ਹੋਰ ਜ਼ਿਆਦਾ ਵੱਧ ਕੇ ਆ ਗਈਆਂ। ਹਾਂ ਬਿਲਕੁਲ, ਉਹ ਕਈ ਕੁਛ ਵਾਪਰ ਰਿਹਾ। ਦੇਖੋ, ਜਿਵੇਂ ਹੱਡੀਆਂ ਜੋੜਾਂ ਦੀਆਂ ਬਿਮਾਰੀਆਂ ਸੀਗੀਆਂ, ਉਹ ਸੁੱਖ ਨਾਲ ਕਦੇ ਸੁਣਿਆ ਨਹੀਂ ਸੀਗੀ ਵੀ ਲੋਕਾਂ ਦੇ ਐ ਗੋਡੇ ਰਹਿ ਜਾਣਗੇ। ਕੋਈ ਗੋਡੇ 'ਚ ਫੜੀ ਫਿਰਦਾ, ਕੋਈ ਧੌਣ ਜਿਹਨੂੰ ਪਟਾ ਜਿਹਾ ਚਾੜੀ ਫਿਰਦਾ, ਕੋਈ ਲੱਕ ਨੂੰ ਪਟਾ ਬੰਨੀ ਫਿਰਦਾ, ਕਿਸੇ ਦਾ ਮੋਢਾ ਜਾਮ ਹੋਇਆ ਪਿਆ। ਤਾਂ ਇਹ ਕੋਈ ਪਿੰਡਾਂ 'ਚ ਬੜੇ ਸੀਗੇ ਬਚਪਨ ਤੋਂ, ਉਹ ਕੋਈ ਹਿਸਾਬ ਤਾਂ ਵੀ ਡੁੱਗੇ ਸਿਰ ਸੁਰ ਪੱਟ, ਲੱਤ ਜ਼ਖਮ ਹੋ ਗਿਆ, ਇਹ ਉਹ ਬੜਾ ਕੁਛ ਹੁੰਦਾ ਰਹਿੰਦਾ ਸੀਗਾ। ਫਿਰ ਆਪੇ ਹੀ ਉੱਥੇ ਔੜ ਪੌੜ ਜਿਹਾ ਕਰਕੇ ਮੁੜ ਕੇ ਫਿਰ ਉੱਥੇ ਦੇ ਉੱਥੇ ਹੋਰ ਇਹਦਾ ਕੋਈ ਮਿੱਟੀ ਲਾ ਲੈਂਦਾ ਸੀ ਉਹਦੇ ਨਾਲ ਹੀ, ਹੋਰ ਮਿੱਟੀ ਲਾ ਦਿੰਦੇ ਸੀ। ਹੱਡੀ ਹੁੱਡੀ ਮਾੜੀ ਮੋਟੀ ਕਦੇ ਟੁੱਟ ਵੀ ਜਾਣੀ ਤਾਂ ਉਹ ਬੰਨਣ ਵਾਲੇ ਹੁੰਦੇ ਸੀਗੇ, ਉਹ ਬੰਨ੍ਹਤਾ ਉਹਨਾਂ ਨੇ, ਸਰੋਂ ਦਾ ਤੇਲ ਲਾ ਲਿਆ, ਮਿੱਟੀ ਦਾ ਤੇਲ ਲਾ ਲਿਆ। ਹਾਂ, ਤਾਂ ਇਸ ਕਰਕੇ ਜਿਹੜੇ ਘਰੇਲੂ ਉਪਚਾਰਾਂ ਨਾਲ ਹੀ ਬਹੁਤੀ ਵਾਰੀ ਸਰ ਜਾਂਦਾ ਸੀਗਾ। ਅਤੇ ਵਿਰਲਾ ਸੁਣਦੇ ਸੀ ਵੀ ਕਦੇ ਪਿੰਡ 'ਚ ਕਿਸੇ ਨੂੰ ਲੋੜ ਪੈਂਦੀ ਸੀ ਵੀ ਇਹਨੂੰ ਹਸਪਤਾਲ ਲੈ ਚੱਲੋ। ਅੱਜ ਹਾਲਤ ਇਹ ਆ ਕਿ ਜਣਾ ਖਣਾ ਹਸਪਤਾਲ ਨੂੰ ਤੁਰਿਆ ਰਹਿੰਦਾ।
ਤੇ ਉਦੋਂ ਬਿਮਾਰੀਆਂ ਜਿਹੜੀਆਂ ਸੀਗੀਆਂ ਥੋੜ੍ਹੀਆਂ ਜਿਹੀਆਂ ਵੱਖਰੀਆਂ ਸੀਗੀਆਂ। ਮਲੇਰੀਆ ਹੁੰਦਾ ਸੀ ਜ਼ਿਆਦਾ। ਮਲੇਰੀਆ ਦੀ ਫਿਰ ਇੱਦਾਂ ਹੁੰਦਾ ਸੀ ਨਾ, ਜਿਹੜੀ ਬਹੁਤ 2-4 ਬਿਮਾਰੀਆਂ ਸੀਗੀਆਂ ਜਿਹੜੀਆਂ ਜ਼ਿਆਦਾ ਹੁੰਦੀਆਂ ਸੀ। ਮਲੇਰੀਆ ਹੁੰਦਾ ਸੀਗਾ, ਟੱਟੀਆਂ ਉਲਟੀਆਂ ਪਿੱਚਸ ਲੱਗ ਜਾਂਦੀ ਸੀ ਬਹੁਤ ਲੋਕਾਂ ਨੂੰ, ਔਰ ਜਿਹੜਾ ਹੈ ਟਾਈਫਾਇਡ ਬੁਖਾਰ ਹੋ ਜਾਂਦਾ ਸੀਗਾ। ਅਤੇ ਕਿਸੇ ਨੂੰ ਗਰਮੀ 'ਚ ਕਈ ਵਾਰੀ ਬੰਦਾ ਗਿਰ ਗੁਰ ਜਾਂਦਾ ਸੀ, ਗਰਮੀ ਹੀਟ ਸਟ੍ਰੋਕ ਹੋ ਗਈ, ਇਹੋ ਜਿਹਾ ਹੁੰਦਾ ਸੀਗਾ। ਅਤੇ ਜਾਂ ਫਿਰ ਸਰਦੀਆਂ 'ਚ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਨਮੂਨੀਆ ਹੋ ਜਾਂਦਾ ਸੀ। ਉਹ ਥੋੜ੍ਹਾ ਸੀ ਬਹੁਤ। ਹੁਣ ਹੌਲੀ ਹੌਲੀ ਕੀ ਹੋਇਆ, ਇੱਕ ਤਾਂ ਗਿਣਤੀ ਬਹੁਤ ਵੱਧ ਗਈ। ਦੂਜਾ ਇੱਕ ਵਰਤਾਰਾ ਕੁਲਵੰਤ ਜੀ ਵਾਪਰਿਆ ਕਿ ਜਿਹੜੀਆਂ ਬਿਮਾਰੀਆਂ ਬਹੁਤ ਬੁੱਢਿਆਂ ਨੂੰ ਹੁੰਦੀਆਂ ਸੀਗੀਆਂ, ਅੱਜ ਉਹ ਮਿਡਲ ਏਜ 'ਤੇ ਜਾਂ ਜਵਾਨਾਂ ਨੂੰ ਹੋਣ ਲੱਗ ਗਈਆਂ। ਹੁਣ ਗੋਡੇ ਰਹਿ ਜਾਣੇ ਬੰਦੇ ਦੇ। ਮੈਨੂੰ ਯਾਦ ਹੈ ਬਚਪਨ 'ਚ ਜਦੋਂ ਅਸੀਂ ਪਿੰਡਾਂ 'ਚ ਦੇਖਦੇ ਸੀਗੇ ਤਾਂ ਗੋਡੇ ਰਹਿਣ ਵਾਲਾ ਬੰਦਾ ਜਿਹੜਾ ਸੀਗਾ ਬੜਾ ਹੀ ਬਜ਼ੁਰਗ ਹੁੰਦਾ ਸੀ, ਕੋਈ ਨਾ ਕੋਈ 70-80 ਸਾਲ ਦਾ, ਅਤੇ ਉਹਨੂੰ ਤੁਰਨ ਲੱਗਿਆ ਥੋੜ੍ਹੀ ਜਿਹੀ ਚਾਲ ਜੀ ਉਹਦੀ ਵਿਗੜ ਗਈ ਹੈ, ਉਹ ਹੌਲਾ ਤੁਰਿਆ ਨਹੀਂ ਜਾ ਰਿਹਾ। ਅੱਜ ਉਹੀ ਬਿਮਾਰੀ 40 ਸਾਲ 'ਤੇ ਹੋਈ ਪਈ ਹੈ, 45 ਸਾਲ 'ਤੇ, 50 ਸਾਲ 'ਤੇ, 20 ਸਾਲ ਘੱਟੋ ਘੱਟ ਉਹ ਬਿਮਾਰੀਆਂ ਅੱਗੇ ਨੂੰ ਆ ਗਈਆਂ ਨੇ। ਇੱਕ ਤਾਂ ਇਹ ਵਰਤਾਰਾ ਬਹੁਤ ਹੋਇਆ। ਫਿਰ ਜਿਹੜੀਆਂ ਬਿਮਾਰੀਆਂ ਸੀਗੀਆਂ ਜਿਹਨੂੰ ਅਸੀਂ ਕਰੋਨਿਕ ਐਂਡ ਇਨਕਿਉਰੇਬਲ ਡਿਜ਼ੀਜ਼ ਕਹਿੰਦੇ ਹਾਂ, ਇਹ ਸੁੱਖ ਨਾਲ ਹੈ ਹੀ ਬਹੁਤ ਘੱਟ ਸੀਗੀਆਂ। ਸ਼ੂਗਰ ਕਿੱਥੇ ਸੀ, ਵਿਰਲੇ ਸ਼ੂਗਰ ਸੀਗੀ। ਜਦੋਂ ਮੈਂ MBBS ਕਰਕੇ ਨਿਕਲਿਆ ਤਾਂ ਵਿਰਲੇ ਬੰਦੇ ਨੂੰ ਸ਼ੂਗਰ ਹੁੰਦੀ ਸੀ, ਕਿਤੇ ਵਿਰਲੇ ਨੂੰ। BP ਵੀ ਇੱਦਾਂ ਹੀ ਸੀਗਾ ਕਿ ਕਿਤੇ ਬਾਕੀ ਸਾਰੇ ਮਰੀਜ਼ ਕਿਹੜੇ ਆਉਂਦੇ ਹੁੰਦੇ ਸਾਡੇ ਕੋਲ ਮੰਨ ਲਓ ਭਰਮਾਰ ਕਿਹੜੇ ਮਰੀਜ਼ਾਂ ਦੀ ਹੁੰਦੀ ਸੀ, ਜਾਂ ਤਾਂ ਆਹੀ ਮਲੇਰੀਆ ਹੋ ਗਿਆ, ਕਿਸੇ ਨੂੰ ਮਲੇਰੀਆ ਦੀ ਭਰਮਾਰ ਹੁੰਦੀ ਸੀ, ਜਾਂ ਕੋਈ ਟੱਟੀਆਂ ਉਲਟੀਆਂ ਲੱਗ ਗਈਆਂ ਉਹਦੇ ਕੇਸਿਸ ਹੁੰਦੇ ਸੀਗੇ, ਜਾਂ ਕੋਈ ਫੋੜਾ ਫਿੰਸੀ ਹੋ ਗਿਆ, ਕੋਈ ਜ਼ੁਕਾਮ ਹੋ ਗਿਆ, ਇਹੋ ਜਿਹੇ ਹੁੰਦੇ ਸੀਗੇ। ਅਤੇ ਸ਼ੂਗਰ ਵਾਲਾ ਤਾਂ ਕਿਤੇ ਇੱਕ ਦਾ ਮਰੀਜ਼ ਆਉਂਦਾ ਸੀਗਾ, ਸ਼ੂਗਰ ਵਾਲਾ ਆ ਗਿਆ, ਜਾਂ BP ਵਾਲਾ ਆ ਗਿਆ, ਜਾਂ ਕੋਈ ਗਠੀਏ ਵਾਲਾ ਆ ਗਿਆ, ਤਾਂ ਬਹੁਤ ਹੀ ਘੱਟ ਸੀਗੀਆਂ। ਮਾਨਸਿਕ ਰੋਗੀ ਤਾਂ ਸੁੱਖ ਨਾਲ ਕੋਈ ਨੇੜੇ ਤੇੜੇ ਨਹੀਂ ਸੀਗੇ। ਕੋਈ ਮਾਨਸਿਕ ਰੋਗੀ ਦਾ ਵੱਧ ਤੋਂ ਵੱਧ ਕੰਪਲੇਂਟ ਕੀ ਕਰਦੇ ਹੁੰਦੇ ਸੀ ਵੀ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਔਰ ਰਾਤ ਨੂੰ ਨੀਂਦ ਵੀ ਕੋਈ ਐਡੀ ਵੱਡੀ ਸਮੱਸਿਆ ਨਹੀਂ ਸੀ ਹੁੰਦੀ ਵੀ ਬੰਦਾ 10 ਗੋਲੀਆਂ ਖਾ ਰਿਹਾ। ਉਹ ਮੈਨੂੰ ਯਾਦ ਹੈ ਅੱਜ ਵੀ, ਮੇਰੇ ਕੋਲ ਇੱਕ ਬਜ਼ੁਰਗ ਆਉਂਦਾ ਹੁੰਦਾ ਸੀਗਾ, ਕਹਿੰਦਾ ਜੀ ਮੈਨੂੰ ਡਾਕਟਰ ਸਾਹਿਬ ਨੀਂਦ ਨਹੀਂ ਆਉਂਦੀ ਰਾਤ ਨੂੰ, ਅਤੇ ਮੈਨੂੰ ਕਹਿੰਦਾ ਤੁਸੀਂ ਉਹਦੇ ਪੀਲੀ ਗੋਲੀ ਜਿਹੜੀ ਤੁਸੀਂ ਦਿੰਦੇ ਹੋ ਨਾ, ਉਹਦੇ ਨਾਲ ਨੀਂਦ ਆ ਜਾਂਦੀ ਹੈ। ਪੀਲੀ ਗੋਲੀ ਕਾਹਦੀ ਸੀ? B ਕੰਪਲੈਕਸ ਦੀ। ਗਲੈਕਸੋ ਦੀ ਪੀਲੀ ਗੋਲੀ ਸਭ ਤੋਂ ਸਸਤੀ ਹੁੰਦੀ ਸੀ। ਗਲੈਕਸੋ ਦੀ ਆਇਰਨ ਦੀ ਅਤੇ ਫਰਸੋਲੇਟ ਦੀ ਗੋਲੀ ਸਭ ਤੋਂ ਸਸਤੀਆਂ ਗੋਲੀਆਂ ਸੀ, ਜਿਹੜੀਆਂ ਅਸੀਂ ਹਰ ਡਿਸਪੈਂਸਰੀ 'ਚ ਮਿਲਦੀਆਂ ਸੀ ਅਤੇ ਖੁੱਲ੍ਹੀਆਂ ਦਿੰਦੇ ਸੀ ਅਸੀਂ। ਅਤੇ ਉਹ ਕਿਤੇ ਗੋਲੀਆਂ ਗਈਆਂ ਮੁੱਕ ਡਿਸਪੈਂਸਰੀ 'ਚ, ਕਿਤੇ ਬਾਈ ਚਾਂਸ ਉਹ 15-20 ਦਿਨ ਆਈਆਂ, ਉਹ ਰੋਜ਼ ਗੇੜਾ ਮਾਰਿਆ ਕਰੇ, ਡਾਕਟਰ ਸਾਹਿਬ ਨੀਂਦ ਨਹੀਂ ਆ ਰਹੀ, ਉਹ ਗੋਲੀਆਂ ਕਦੋਂ ਆਉਣਗੀਆਂ। ਉਹ ਕਹਿੰਦਾ ਜੀ ਮੈਂ ਤਾਂ ਨੀਂਦ ਨਹੀਂ ਆਉਂਦੀ ਉਹਦੇ ਬਿਨਾਂ। ਜਿੱਦਣ ਗੋਲੀਆਂ ਆਈਆਂ ਉੱਦਣ ਉਹਨੂੰ ਨੀਂਦ ਆਈ। ਤਾਂ ਇਹੋ ਜਿਹੇ ਇੰਨੇ ਕੁ ਜਿਹੇ ਮਰੀਜ਼ ਹੁੰਦੇ ਸੀਗੇ ਵੀ B ਕੰਪਲੈਕਸ ਦੀ ਗੋਲੀ ਨਾਲ ਵੀ ਨੀਂਦ ਆ ਜਾਂਦੀ ਸੀ ਉਹਨਾਂ ਨੂੰ, ਤਾਂ ਉਹ B ਕੰਪਲੈਕਸ ਦੀ ਗੋਲੀ ਖਾ ਕੇ ਖੁਸ਼ ਵੀ ਮੈਨੂੰ ਤਾਂ ਹੁਣ ਤਾਂ ਨੀਂਦ ਆਉਣ ਲੱਗ ਗਈ। ਤਾਂ ਇਹੋ ਜਿਹੇ ਮਰੀਜ਼ ਸੀਗੇ ਜਿਹੜੇ ਕਿ ਬਹੁਤ ਸਿੱਧੇ ਸਾਦੇ ਸੀਗੇ। ਜਾਂ ਕਦੇ ਬੁਖਾਰ ਦੀ ਐਪੀਡੈਮਿਕ ਫੈਲ ਜਾਂਦੀ ਹੁੰਦੀ ਸੀਗੀ, ਉਹ ਫਿਰ ਉਸ ਹਿਸਾਬ ਨਾਲ ਉਸੇ ਲੈਵਲ 'ਤੇ ਡੀਲ ਕਰ ਲੈਂਦੇ ਸੀ। ਕੋਈ ਉਹਦੇ ਲਈ ਵੱਡੀ ਲੰਬੀ ਚੌੜੀ ਡਾਕਟਰੀ ਦੀ ਲੋੜ ਨਹੀਂ ਸੀ ਹੁੰਦੀ। ਉਹ ਜਿਹੜਾ ਪੈਰਾਮੈਡੀਕਲ ਮੁਲਾਜ਼ਮ ਸੀਗੇ ਸਾਡੇ, ਉਹ ਉਹੀ ਡੀਲ ਕਰ ਲੈਂਦੇ ਸੀ। ਅੱਜ ਬਿਮਾਰੀਆਂ ਜਿਹੜੀਆਂ ਨੇ ਉਹ ਬਹੁਤ ਹੀ ਖਤਰਨਾਕ ਸ਼ਕਲ ਲੈ ਲਈਆਂ ਨੇ। ਕੁਛ ਤਾਂ ਬਿਮਾਰੀਆਂ ਖਤਰਨਾਕ ਹੋ ਗਈਆਂ, ਕੁਛ ਉਹਨਾਂ ਦੇ ਇਲਾਜ ਉਦੋਂ ਵੀ ਖਤਰਨਾਕ ਹੋ ਗਏ। ਉਹਦੇ ਇਲਾਜ ਨੇ ਇਸ ਵੇਲੇ, ਮੈਂ ਕੱਲ੍ਹ ਹੀ ਵੀਡੀਓ ਦੇਖ ਰਿਹਾ ਸੀਗਾ ਡਾਕਟਰ BM ਹੈਗੜੇ ਦੀ, ਕਿ ਕੋਈ ਜ਼ਮਾਨਾ ਸੀਗਾ ਕਿ ਜਿਹੜੇ ਹਸਪੀਟਲ ਇੰਡਿਊਸਡ ਸਿਕਨੈਸ, ਕਿ ਹਸਪਤਾਲ ਖੁਦ ਬਿਮਾਰੀ ਹੈ, ਇਹ ਕਿੰਨੇ ਕੁ ਲੋਕ ਨੇ ਅਤੇ ਕਿੰਨੇ ਕੁ ਲੋਕ ਮਰਦੇ ਉਹਦੇ ਨਾਲ। ਕਿਸੇ ਟਾਈਮ 'ਤੇ ਚੌਥੇ ਨੰਬਰ 'ਤੇ ਗਿਣੀ ਜਾਂਦੀ ਸੀ ਕਿ ਸਭ ਤੋਂ ਪਹਿਲਾਂ ਹਾਰਟ ਅਟੈਕ ਨਾਲ ਮਰਦੇ ਆ, ਨੰਬਰ 2 'ਤੇ ਬ੍ਰੇਨ ਸਟ੍ਰੋਕ ਨਾਲ ਮਰਦੇ ਆ, ਨੰਬਰ 3 'ਤੇ ਕੈਂਸਰ ਨਾਲ ਮਰਦੇ, ਅਤੇ ਨੰਬਰ 4 'ਤੇ ਦਵਾਈਆਂ ਦੇ ਰਿਐਕਸ਼ਨ ਨਾਲ ਮਰਦੇ ਆ। ਕੱਲ੍ਹ ਮੈਂ ਇੱਕ ਵੀਡੀਓ ਸੁਣ ਰਿਹਾ ਸੀਗਾ ਕਿ ਕੁਝ ਸਟੱਡੀਜ਼ ਇਹੋ ਜਿਹੀਆਂ ਹੋ ਗਈਆਂ ਨੇ ਕਿ ਅਮਰੀਕਾ ਵਰਗੇ ਮੁਲਕ ਦੇ ਅੰਦਰ ਨੰਬਰ 1 ਕਾਜ਼ ਕੀ ਹੈ? ਡਰੱਗ ਰਿਐਕਸ਼ਨਸ ਅਤੇ ਹਸਪੀਟਲ ਇੰਡਿਊਸ ਡੈਥਸ। ਵੀ ਡੈਥ ਇਸ ਕਰਕੇ ਹੋ ਗਈ ਬੰਦੇ ਦੀ ਕਿ ਹਸਪਤਾਲ ਗਿਆ, ਜੇ ਹਸਪਤਾਲ ਨਾ ਜਾਂਦਾ ਤਾਂ ਡੈਥ ਨਾ ਹੁੰਦੀ। ਅੱਜ ਇੱਕ ਨੰਬਰ 1 ਕਾਜ਼ ਬਣ ਚੁੱਕਿਆ ਅਨਅਫੀਸ਼ੀਅਲੀ। ਅਫੀਸ਼ੀਅਲੀ ਉਹ ਨਹੀਂ ਮੰਨ ਰਹੇ, ਲੇਕਿਨ ਕੁਛ ਅਨਅਫੀਸ਼ੀਅਲ ਜਿਹੜੀਆਂ ਸਟੱਡੀਜ਼ ਹੋਈਆਂ ਨੇ ਉਹ ਵੀ ਕਰੀਏ ਨੰਬਰ 1 ਕਾਜ਼ ਹੋ ਗਿਆ। ਤੁਸੀਂ ਇਮੈਜਿਨ ਕਰੋ ਇਹ ਹਾਲਤ ਹੋ ਗਈ ਹੈ ਮੈਡੀਕਲ ਪ੍ਰੋਫੈਸ਼ਨ ਦੀ। ਔਰ ਉਹਦੇ ਨਾਲ ਹੋਰ ਡਿਵੈਲਪਮੈਂਟ ਜਿਹੜੀਆਂ ਹੋਈਆਂ ਨੇ ਉਹ ਵੀ ਬੜੀਆਂ ਇੰਟਰਸਟਿੰਗ ਨੇ, ਕਿ ਜਿਹੜੇ ਪੂਰੇ ਦਾ ਪੂਰਾ ਸਿਸਟਮ ਹੈ ਇਹ ਇਨਫੈਕਸ਼ਨਾਂ ਦਾ, ਚਾਹੇ ਉਹ ਕਾਲਾ ਪੀਲੀਆ ਲਾ ਲਓ, BC ਹੈ, HIV ਹੈ, ਜਾਂ ਤੁਹਾਡੀ ਐਸਿਡਿਟੀ ਹੋ ਜਾਂਦੀ ਹੈ, ਉਹਨੂੰ H. pylori ਕਹਿੰਦੇ ਆ, ਜਾਂ ਔਰਤਾਂ ਦੇ ਅੰਦਰ ਪਾਣੀ ਪੈਣ ਦੀ ਸਮੱਸਿਆ ਹੈ, ਉਹ ਇਨਫੈਕਸ਼ਨ ਹੈ, ਜਾਂ UTI ਹੋਣ ਲੱਗੀ ਹੈ ਲੋਕਾਂ ਨੂੰ, ਡਰੱਗ ਰੈਜ਼ਿਸਟੈਂਟ ਸਿਸਟ ਬਣ ਜਾਂਦੀ ਹੈ, ਫਾਈਬਰ ਬਹੁਤ ਸਾਰੇ ਜਿਹੜੇ ਨੇ ਗਿਲਟੀਆਂ ਬਹੁਤ ਬਣ ਰਹੀਆਂ ਲੋਕਾਂ ਦੇ
ਕਿਸੇ ਦੇ ਯੂਟਰਸ 'ਚ ਫਾਈਬਰਾਇਡ ਹੈ, ਕਿਸੇ ਦੇ ਓਵਰੀ 'ਚ ਉਹ ਨੇ ਸਿਸਟ ਨੇ, ਕਿਸੇ ਦੇ ਕਿਤੇ ਚਮੜੀ ਥੱਲੇ ਨੇ, ਕਿਸੇ ਦੇ ਸਿਰ 'ਚ ਨੇ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੋ ਰਿਹਾ ਇਹ ਵਰਤਾਰਾ ਵੱਧ ਰਿਹਾ। ਲੇਕਿਨ ਜਿਹੜੀ ਮੈਡੀਕਲ ਸਾਇੰਸ ਹੈ ਜਿਹੜੀ ਤਰੱਕੀ ਕਰਦੀ ਜਦੋਂ ਉਹਨੂੰ ਇਹ ਲੱਗਿਆ ਕਿ ਜਿਹੜੀ ਜਿਵੇਂ ਆਪਾਂ ਚਿੰਤਾ ਕਰ ਰਹੇ ਨਾ, ਇਹ ਚਿੰਤਾ ਜਿਹੜੇ ਪ੍ਰੋਫੈਸ਼ਨਲਸ ਨੇ, ਜਿਹੜੇ ਵਿਗਿਆਨੀ ਨੇ, ਡਾਕਟਰ ਨੇ, ਉਹਨਾਂ 'ਚ ਵੀ ਹੈ। ਉਹ ਵੀ ਸੋਚ ਰਹੇ ਆ ਵੀ ਇਹ ਹੋ ਕੀ ਰਿਹਾ। ਅਤੇ ਉਹਦੇ ਵਿੱਚ ਜਿਹੜੇ ਫਿਰ ਥੋੜ੍ਹੇ ਜਿਹੇ ਜਿਹੜੇ ਟਰੂ ਸਾਇੰਟਿਸਟ ਨੇ, ਉਹਨਾਂ ਨੇ ਵਿੱਚ ਖੋਜ ਕੀਤੀ। ਤਾਂ ਉਹ ਤਾਂ ਹੁਣ ਇੱਥੋਂ ਤੱਕ ਪਹੁੰਚ ਚੁੱਕਿਆ ਕੰਮ। ਉਹ ਕਹਿੰਦੇ ਜਿਹੜੀ ਇਹ ਡਿਜ਼ੀਜ਼ 'ਚ ਕਲਾਸੀਫਾਈ ਕਰਦੇ ਹਾਂ ਅਸੀਂ ਬਿਮਾਰੀਆਂ ਨੂੰ, ਇਸ ਅਪਰੋਚ ਹੀ ਗਲਤ ਹੈ। ਕਿਉਂਕਿ ਬਿਮਾਰੀ ਨਹੀਂ ਹੈ, ਬਿਮਾਰੀ 'ਚ ਸਰੀਰ ਦਾ ਇੱਕ ਅੰਗ ਬਿਮਾਰ ਨਹੀਂ ਹੈ, ਪੂਰਾ ਸਰੀਰ ਬਿਮਾਰ ਹੁੰਦਾ। ਚਾਹੇ ਉਹ ਬਿਮਾਰੀ ਇੱਕ ਅੰਗ 'ਚ ਦਿਖ ਰਹੀ ਹੈ, ਮਤਲਬ ਜੋੜਾਂ ਦਾ ਗਠੀਏ ਦਾ ਮਰੀਜ਼ ਆ ਗਿਆ ਤਾਂ ਆਪਾਂ ਕਹਿੰਦੇ ਜੋੜ ਉਹਦੇ ਦੁਖ ਰਹੇ ਜਾਂ ਜੋੜਾਂ 'ਚ ਜੋੜ ਸੁੱਜੇ ਹੋਏ ਆ। ਲੇਕਿਨ ਸਾਇੰਸ ਇੱਥੋਂ ਤੱਕ ਪਹੁੰਚ ਗਈ ਕਿ ਨਹੀਂ, ਅਸਲ 'ਚ ਉਹਦਾ ਸਰੀਰ ਬਿਮਾਰ ਹੈ ਸਾਰੇ ਦਾ ਸਾਰਾ। ਉਹਦਾ ਸਿਰਫ ਜਿਹੜੀ ਆਊਟਰ ਦੇਖਣ ਵਾਲੀ ਚੀਜ਼ ਹੈ ਉਹ ਇੱਕ ਅੰਗ 'ਚ ਆ ਰਹੀ ਹੈ। ਡੀਕੀ ਕੱਟ ਕਰਕੇ ਸਾਰਾ ਅੱਗੇ ਜਾ ਕੇ ਉਹ ਬਹੁਤ ਸਾਰੇ ਉਹਦੇ ਕਾਰਨ ਨੇ ਜਿਹੜੇ ਕੇਂਦਰੀ ਕਾਰਨ ਨੇ। ਅਤੇ ਉਹਦੇ 'ਚ ਹੁਣ ਉਹ ਕਹਿੰਦੇ ਐਂਡ ਆਫ ਡਿਜ਼ੀਜ਼ ਐਰਾ, ਕਿ ਡਿਜ਼ੀਜ਼ ਦੀ ਟਾਈਮ ਸੋਚਣਾ ਹੀ ਬੰਦ ਕਰੋ। ਇਹ ਸਾਰਾ ਹੀ ਬਕਵਾਸ ਹੈ, ਸਾਰਾ ਹੀ ਇਸ ਪਹੁੰਚ ਹੀ ਬਕਵਾਸ ਹੈ। ਹੁਣ ਦੇਖੋ ਸਰੀਰ ਨੂੰ ਕਿਵੇਂ ਹੀਲ ਕਰਨਾ। ਜਦੋਂ ਵੀ ਤੁਹਾਡੇ ਅੰਦਰ ਕੋਈ ਅਲਾਮਤ ਆ ਰਹੀ ਹੈ ਬਿਮਾਰੀ ਦੀ, ਚਾਹੇ ਉਹ ਇਨਫੈਕਸ਼ਨ ਦੀ ਸ਼ਕਲ 'ਚ ਆ ਰਹੀ ਹੈ, ਚਾਹੇ ਉਹ ਕਿਸੇ ਡਾਇਬਟੀਜ਼ ਦੀ ਸ਼ਕਲ 'ਚ ਆ ਰਹੀ ਹੈ, BP ਦੀ ਸ਼ਕਲ 'ਚ ਆ ਰਹੀ ਹੈ, ਆਰਥਰਾਈਟਿਸ ਦੀ ਸ਼ਕਲ 'ਚ ਆ ਰਹੀ ਹੈ, ਚਮੜੀ ਦਾ ਡਿਸਆਰਡਰ ਹੈ, ਲਿਕੋਰੀਆ ਹੈ, ਤੁਹਾਡੀ ਪੇਟ ਠੀਕ ਨਹੀਂ ਹੋ ਰਿਹਾ, ਜੋ ਵੀ ਬਿਮਾਰੀ ਹੈ ਤੁਹਾਨੂੰ, ਤਾਂ ਤੁਹਾਡਾ ਇੱਕ ਅੰਗ ਬਿਮਾਰ ਨਹੀਂ ਹੈ। ਤੇ ਫਲਾਣਾ ਲੇਬਲ ਲਾ ਕੇ ਉਹਦੇ ਫਲਾਣੇ ਦਾ ਉਹੀ ਟਰੀਟਮੈਂਟ ਕਰਨਾ। ਅੱਜ ਤਾਂ ਜਿਹੜੀ ਮੈਡੀਕਲ ਪ੍ਰੋਫੈਸ਼ਨ ਇੱਥੇ ਖੜਾ ਨਾ, ਕਿ ਡਿਜ਼ੀਜ਼ ਸਪੈਸੀਫਿਕ ਟਰੀਟਮੈਂਟ ਕੱਢ ਲਈ ਉਹਨਾਂ ਨੇ। ਹਾਰਟ ਵਾਲਾ ਤਾਂ ਹਾਰਟ ਕੋਲ ਜਾਓ, ਲੀਵਰ ਵਾਲਾ ਤਾਂ ਲੀਵਰ ਕੋਲ ਜਾਓ, ਕਿਡਨੀ ਵਾਲਾ ਤਾਂ ਕਿਡਨੀ। ਬਿਲਕੁਲ। ਤਾਂ ਉਹ ਜਿਹੜੀ ਟਰੀਟਮੈਂਟ ਕੱਢੀ ਆ, ਉਹ ਟਰੀਟਮੈਂਟ ਜਿਹੜੀ ਆ ਕਿਤੇ ਨਾ ਕਿਤੇ ਇਹ ਪ੍ਰੂਵ ਹੋ ਗਿਆ ਕਿ ਟਰੀਟਮੈਂਟ ਉਹ ਪਹਿਲੀ ਗੱਲ ਤਾਂ ਇਫੈਕਟਿਵ ਨਹੀਂ ਹੈ, ਕੋਈ ਅਸਰ ਨਹੀਂ ਹੁੰਦਾ ਉਹਦਾ। ਨੰਬਰ 2 ਤਾਂ ਉਲਟਾ ਨੁਕਸਾਨ ਕਰ ਰਹੀ ਹੈ। ਬਹੁਤ ਸਾਰੀ ਬਿਮਾਰੀਆਂ ਦੇ ਅੰਦਰ ਇਹ ਆ ਗਿਆ ਕਿ ਜਿਵੇਂ ਸ਼ੂਗਰ ਦੇ ਅੰਦਰ ਆ ਗਿਆ ਕਿ ਸ਼ੂਗਰ ਦੀ ਬਿਮਾਰੀ ਨੂੰ ਗੋਲੀਆਂ ਦੇ ਕੇ ਜੇ ਤੁਸੀਂ ਠੀਕ ਕਰਦੇ ਹੋ ਤਾਂ ਕੋਈ ਇਲਾਜ ਨਹੀਂ, ਉਹ ਨਿਖਿਧ ਇਲਾਜ ਹੈ। ਕਿਉਂ? ਕਿਉਂਕਿ ਠੀਕ ਤਾਂ ਹੁੰਦੀ ਨਹੀਂ। ਉਹ UTI 'ਚ ਵੀ ਆਈਆਂ, ਸਿਰਫ ਰੀਡਿੰਗ ਠੀਕ ਆ ਗਈ, ਰੀਡਿੰਗ ਘਟ ਗਈ ਸ਼ੂਗਰ ਦੀ, ਲੇਕਿਨ ਸ਼ੂਗਰ ਕਿੱਥੇ ਗਈ? ਸ਼ੂਗਰ ਉੱਥੇ ਦੀ ਉੱਥੇ ਹੈ। ਉਹ ਜਾ ਕੇ ਫਿਰ ਕਦੇ ਜੋੜਾਂ 'ਤੇ ਮਾਰ ਕਰੇਗੀ, ਕਦੇ ਉਹ ਆਰਟਰੀ 'ਤੇ ਮਾਰ ਕਰੇਗੀ, ਕਦੇ ਉਹ ਅੱਖਾਂ 'ਤੇ ਮਾਰ ਕਰੇਗੀ, ਕਦੇ ਪੈਰਾਂ 'ਤੇ ਮਾਰ ਕਰੇਗੀ, ਕਦੇ ਲਿਵਰ 'ਤੇ ਮਾਰ ਕਰੇਗੀ। ਤੁਸੀਂ ਇਲਾਜ ਕੀ ਕਰ ਰਹੇ ਹੋ? ਸ਼ੂਗਰ ਦੀਆਂ ਗੋਲੀਆਂ ਦੇ ਕੇ ਰੀਡਿੰਗ ਘੱਟ ਕਰ ਰਹੇ ਹੋ। ਇਹ ਸ਼ੂਗਰ ਦਾ ਇਲਾਜ ਹੈ। ਸੇਮ BP ਬਾਰੇ ਹੈ। ਹੁਣ BP ਹੈ, BP ਜ਼ਿਆਦਾ ਹੈ ਤਾਂ BP ਨੂੰ ਘੱਟ ਕਰ ਦਿਓ। ਇਹ ਕਿਹੜਾ ਇਲਾਜ ਹੋਇਆ? BP ਵਧਾਇਆ ਸਰੀਰ ਨੇ ਤਾਂ ਉਹਨੇ ਕਿਸੇ ਉਹਦੀ ਵਿਜ਼ਡਮ 'ਚੋਂ ਵਧਾਇਆ। BP ਵਧਣਾ ਕੋਈ ਬਿਮਾਰੀ ਨਹੀਂ ਹੈ। BP ਸਰੀਰ ਨੇ ਵਧਾਇਆ ਕਿਸੇ ਮਕਸਦ ਲਈ, ਕਿਉਂਕਿ ਉਹਨੇ ਬਲੱਡ ਪ੍ਰੈਸ਼ਰ ਨਾਲ, ਜਿੰਨਾ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਹੈ, ਉਹਦੇ ਨਾਲੋਂ ਹਰ ਥਾਂ 'ਤੇ ਖੂਨ ਨਹੀਂ ਪਹੁੰਚਾ ਪਾ ਰਿਹਾ। ਉਹਨੂੰ ਖੂਨ ਪਹੁੰਚਾਉਣ ਲਈ BP ਵਧਾਉਣਾ ਪੈ ਰਿਹਾ। ਤਾਂ ਕਾਰਨ ਕਿਤੇ ਹੋਰ ਹੈ ਕਿ ਉਹ ਜਿਹੜਾ ਖੂਨ ਦੀ ਨਾੜੀ 'ਚ ਰੁਕਾਵਟ ਆ ਰਹੀ ਹੈ, ਅਬਸਟ੍ਰਕਸ਼ਨ ਆ ਰਹੀ ਹੈ, ਖੂਨ ਦੀਆਂ ਨਾੜਾਂ ਭੀੜੀਆਂ ਹੋ ਰਹੀਆਂ ਨੇ। ਉਹ ਕਿਉਂ ਹੋ ਰਹੀਆਂ ਨੇ? ਉਹਦੇ ਵੱਲ ਕੋਈ ਧਿਆਨ ਨਹੀਂ ਹੈ। BP ਦੇ ਗੋਲੇ ਦੇ ਕੇ BP ਘਟਾ ਦਿਓ। ਤਾਂ ਸੇਮ ਆਰਥਰਾਈਟਿਸ ਲਾ ਲਓ, ਗਠੀਆ। ਹੁਣ ਗਠੀਆ 'ਚ ਕੀ ਹੈ ਵੀ ਗਠੀਆ ਹੋ ਗਿਆ, ਪੇਨ ਕਿਲਰ ਦੇ ਦਿਓ, ਪੇਨ ਘਟ ਗਈ। ਉਹਦੀ ਜਿਹੜੀ ਬਿਮਾਰੀ ਨੂੰ ਦਬਾਉਣ ਦੇ ਐਡੀਆਂ ਖਤਰਨਾਕ ਦਵਾਈਆਂ ਦਿੱਤੀਆਂ, ਈਵਨ ਐਂਟੀ ਕੈਂਸਰ ਡਰੱਗਸ ਤੱਕ ਯੂਜ਼ ਹੋ ਰਹੇ ਆ। ਸਟੀਰੋਇਡ ਦਿੱਤੇ ਜਾ ਰਹੇ ਆ। ਤਾਂ ਇਹ ਕਿਤੇ ਨਾ ਕਿਤੇ ਜਿਹੜੇ ਉਹ ਕੀ ਕਰ ਰਹੇ ਹੋ? ਅਲਾਮਤਾਂ ਤਾਂ ਘਟ ਗਈਆਂ, ਦਰਦ ਘਟ ਗਈ, ਸੋਜਾ ਘਟ ਗਿਆ, ਮਰੀਜ਼ ਖੁਸ਼ ਹੋ ਗਿਆ, ਲੇਕਿਨ ਕੀ ਬਿਮਾਰੀ ਗਈ? ਬਿਮਾਰੀ ਦਾ ਜੜ ਉੱਥੇ ਦੀ ਉੱਥੇ ਹੈ। ਤਾਂ ਇਹ ਕਿਤੇ ਨਾ ਕਿਤੇ ਕਰਦੇ ਵਿਗਿਆਨ ਇੱਥੇ ਪਹੁੰਚ ਗਿਆ ਹੈ ਕਿ ਡਿਜ਼ੀਜ਼ ਐਰਾ ਦਾ ਅੰਤ ਆ ਗਿਆ ਹੋਇਆ। ਅਤੇ ਹੁਣ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬਾਡੀ ਹੀਲਿੰਗ ਦਾ, ਹੋਲਿਸਟਿਕ ਹੀਲਿੰਗ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੀ ਆਪਾਂ ਗੱਲ ਕਰ ਰਹੇ ਹਾਂ ਸਾਰੇ, ਇਹਨੂੰ ਹੋਲਿਸਟਿਕ ਹੈਲਥ ਤਾਂ ਹੀ ਕਿਹਾ ਜਾਂਦਾ ਨਾ। ਹੋਲਿਸਟਿਕ ਦਾ ਮਤਲਬ ਕਿ ਪੂਰੀ ਬਾਡੀ ਨੂੰ ਹੀਲ ਕਰੋ। ਹੁਣ ਅਸੀਂ ਤਾਂ ਉਸ ਤੋਂ ਬਿਯੋਂਡ ਕਹਿ ਰਹੇ ਹਾਂ ਕਿ ਪੂਰੀ ਬਾਡੀ ਵੀ ਤਾਂ ਹੀ ਹੀਲ ਹੋਏਗੀ ਜੇ ਤੁਹਾਡਾ ਆਲੇ ਦੁਆਲੇ ਦਾ ਵਾਤਾਵਰਨ ਹੀਲਡ ਹੈ। ਤਾਂ ਜੇ ਤੁਹਾਡੀ ਖੇਤੀ ਜ਼ਹਿਰੀਲੀ ਹੈ, ਤੁਹਾਡੇ ਸਨਅਤੀ ਫੂਡ ਖਾ ਰਹੇ ਹੋ ਤੁਸੀਂ, ਉਹ ਜ਼ਹਿਰੀਲੇ ਹੈ, ਤੁਹਾਡਾ ਜਿਹੜਾ ਹਵਾ ਜ਼ਹਿਰੀਲੀ ਹੈ, ਤੁਹਾਡੇ ਖਾਣੇ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਉਹ ਅਨਸਾਇੰਟੀਫਿਕ ਨੇ, ਅਤੇ ਉਹ ਜੋ ਉਹਦੀ ਜਿਹੜੀ ਪੈਦਾਵਾਰ ਹੋ ਰਹੀ ਹੈ ਉਹ ਸਾਰੀ ਕੋਈ ਜੈਨੇਟਿਕਲੀ ਮੋਡੀਫਾਈਡ ਹੈ, ਕੋਈ ਹਾਈਬ੍ਰਿਡ ਹੈ, ਉਹ ਸਾਰੇ ਬਿਮਾਰ ਕਰਨ ਵਾਲੇ ਹੈ। ਤਾਂ ਉਹਦੇ ਵਿੱਚ ਵੀ ਹੋਲਿਜ਼ਮ 'ਚ ਉਹ ਵੀ ਸ਼ਾਮਿਲ ਹੈ। ਇਕੱਲਾ ਇੱਕ ਸਰੀਰ ਨੂੰ ਨਹੀਂ, ਪੂਰੇ ਨੂੰ ਠੀਕ ਕਰਨ ਦੀ ਲੋੜ,
ਉਹ ਤੁਹਾਡੀ ਮਿੱਟੀ ਨੂੰ ਵੀ ਠੀਕ ਕਰਨ ਦੀ ਲੋੜ ਹੈ, ਪਾਣੀ ਨੂੰ ਠੀਕ ਕਰਨ ਦੀ ਲੋੜ ਹੈ, ਭੋਜਨ ਦੀ ਖੇਤੀ ਨੂੰ ਠੀਕ ਕਰਨ ਦੀ ਲੋੜ ਹੈ, ਠੇਕੇ ਦੀ ਜਿਹੜਾ ਉਹ ਇੰਡਸਟਰੀ ਆਪਣੇ ਪ੍ਰੋਫਿਟਸ ਖਾਤਰ ਉਹਦੇ ਫੂਡ ਦੇ ਉੱਪਰ ਪ੍ਰੋਸੈਸਿੰਗ ਕਰਦੀ ਹੈ, ਉਹ ਵੀ ਬੰਦ ਕਰਨ ਦੀ ਲੋੜ। ਤਾਂ ਹੋਲਿਸਟਿਕ ਢੰਗ ਦੇ ਨਾਲ ਸਾਰੀ ਗੱਲ ਨੂੰ ਹੀਲ ਕਰੋ। ਤਾਂ ਉਹ ਐਰਾ ਹੀ ਖਤਮ ਹੋ ਰਿਹਾ। ਜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਬਿਮਾਰੀਆਂ ਵੱਧ ਰਹੀਆਂ ਨੇ, ਉਹ ਇਸ ਕਰਕੇ ਬਿਮਾਰੀਆਂ ਵੱਧ ਰਹੀਆਂ ਕਿ ਕਲਾਸੀਫਿਕੇਸ਼ਨ ਵਧੀ ਜਾ ਰਹੀ ਹੈ, ਸਪੈਸ਼ਲਿਸਟ ਵਧੀ ਜਾ ਰਹੇ ਹੈ ਵੀ ਆਹ ਵੀ ਬਿਮਾਰੀ ਹੈ, ਆਹ ਵੀ ਬਿਮਾਰੀ ਹੈ, ਆਹ ਵੀ। ਅਸਲ ਵਿੱਚ ਦੇਖਾਂਗੇ ਜਦੋਂ ਸਰੀਰ ਦੇ ਲੈਵਲ 'ਤੇ ਜਾਵਾਂਗੇ, ਉਹੀ 5 7 10 ਕਾਜ਼ ਨੇ ਬਸ। ਉਹੀ ਕਾਰਨ ਨੇ ਜਿਹਨੂੰ 1 ਨੰਬਰ 2 1 ਤੋਂ ਲੈ ਕੇ 10 ਤੱਕ ਗਿਣ ਸਕਦੇ ਹੋ ਤੁਸੀਂ। ਆਹ 10 ਤੋਂ ਵੱਧ ਨਹੀਂ ਹੋਣੇ ਉਹ, ਕਿ ਆਹ 10 ਕਾਰਨ ਨੇ ਜਿਹਦੇ ਕਰਕੇ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ। ਤੁਸੀਂ 8000 ਬਿਮਾਰੀ ਬਣਾਤੀ। 8000 ਬਿਮਾਰੀ ਕਿਉਂ ਬਣਾਈ? ਤਾਂ ਕਿ ਕਿਸੇ ਨੂੰ ਸਮਝ ਹੀ ਨਾ ਸਕੇ। 8000 ਬੰਦਿਆਂ ਨੂੰ ਰੁਜ਼ਗਾਰ ਮਿਲੇ। ਹਾਂ, 8000 ਤੁਸੀਂ ਹਿਸਾਬ ਲਾਓ ਵੀ 8000 ਜੇ ਬਿਮਾਰੀ ਹੈ, ਇਹਦੋਂ 8000 ਕਾਰਨ ਵੀ ਹੋਣਗੇ। 8000 ਕਾਰਨ ਨੇ ਤਾਂ 8000 ਇਲਾਜ ਹੋਣਗੇ। ਜੇ 8000 ਬਿਮਾਰੀਆਂ 8000 ਕਾਰਨ ਨੇ 8000 ਇਲਾਜ ਨੇ, ਤਾਂ ਫਿਰ ਤੁਹਾਨੂੰ ਤਾਂ ਆਮ ਬੰਦਾ ਤਾਂ ਕਹੂਗਾ ਮੈਂ ਤਾਂ ਫਿਰ ਮੇਰਾ ਨੌਲੇਜ ਤਾਂ ਕਿਸੇ ਕੰਮ ਨਹੀਂ ਆ ਸਕਦਾ। ਯਾਨੀ ਕਿ ਇੱਕ ਬੰਦਾ, ਇੱਕ ਸਰੀਰ, ਇੱਕ ਇਲਾਜ ਕਰਨ ਵਾਲੇ 8000, ਬਿਮਾਰੀਆਂ 8000। ਹਾਂ, ਕਿਉਂਕਿ ਇੱਕ ਮਤਲਬ ਇੱਕ ਐਸਾ ਖਲਜਗਣ ਖੜਾ ਕਰਤਾ ਤੁਹਾਡੇ ਆਲੇ ਦੁਆਲੇ, ਡਰਾਉਣਾ। ਤੁਸੀਂ ਦੇਖੋਗੇ ਬਿਮਾਰੀ ਜਦੋਂ ਬੰਦਾ ਡਰਦਾ ਬਹੁਤ ਹੈ, ਉਹ ਡਰ ਕੇ ਫਿਰ ਉਹਦੀ ਜੇਬ ਚੋਂ ਖਿੱਚੋ ਜੋ ਉਹ ਵਿਚਾਰਾ ਕਮਾਉਂਦਾ, ਨਾਲ ਦਾ ਤੁਸੀਂ ਸ਼ਾਮ ਤੱਕ ਖਿੱਚ ਲੈਂਦੇ ਹੋ। ਫਿਰ ਲਿਆ ਦਵਾਈਆਂ 'ਚ, ਲਿਆ ਸਰਜਰੀ, ਲਿਆ ਟੈਸਟ, ਲਿਆ ਡਾਕਟਰਾਂ ਦੀ ਫੀਸ। ਤਾਂ ਇਹ ਕਿਤੇ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਬਣ ਗਿਆ ਹੋਇਆ, ਇਹ ਸਾਰੇ ਦਾ ਸਾਰਾ ਅਨਸਾਇੰਟੀਫਿਕ ਪ੍ਰੂਵ ਹੋ ਚੁੱਕਿਆ। ਇਹ ਕੋ ਆਪਾਂ ਨਹੀਂ ਕਹਿ ਰਹੇ ਇਕੱਲੇ, ਇਹ ਪੂਰੀ ਦੀ ਪੂਰੀ ਸਾਇੰਸ ਦੇ ਅੰਦਰ ਆਰਟੀਕਲ ਆ ਚੁੱਕੇ ਆ, ਜਰਨਲਾਂ ਦੇ ਅੰਦਰ ਆ ਚੁੱਕਿਆ ਕਿ ਡਿਜ਼ੀਜ਼ ਐਰਾ ਇਜ਼ ਨੋ ਮੋਰ ਦੇਅਰ। ਬਿਮਾਰੀਆਂ ਦੀ ਟਰਮ 'ਚ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਰੂਟ ਕਾਜ਼ ਦੀ ਟਰਮ 'ਚ ਗੱਲ ਕਰੋ ਕਿ ਬਿਮਾਰੀ ਨੂੰ ਪੈਦਾ ਕੌਣ ਕਰ ਰਿਹਾ। ਉਹ 10 ਤੋਂ ਵੱਧ ਨਹੀਂ ਹੈਗੇ। ਆਪਾਂ ਜੇ ਗਿਣਾਂਗੇ ਨਾ। ਆਪਾਂ ਇਹਦੇ 'ਚ ਆਉਂਦੇ ਹਾਂ। ਡਾਕਟਰ ਸਾਹਿਬ ਇੱਕ ਚੀਜ਼ ਦੱਸੋ ਕਿ ਕੀ ਆਪਾਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਕਿ ਸਰੀਰ ਇੱਕ ਬਿਮਾਰੀਆਂ ਬੇਸ਼ੱਕ ਅੱਡ ਅੱਡ, ਲੇਕਿਨ ਉਹਦਾ ਕਾਰਨ ਇੱਕੋ ਹੀ ਕਿ ਬਾਡੀ ਦੇ ਅੰਦਰ ਗੰਦਗੀ ਇਕੱਠੀ ਹੋ ਗਈ ਹੈ, ਬਾਡੀ ਦੇ ਅੰਦਰ ਟੌਕਸਿਨਸ ਇਕੱਠੇ ਹੋ ਗਏ ਨੇ, ਉਹ ਨਿਕਲ ਨਹੀਂ ਪਾ ਰਹੇ ਕਿਸੇ ਤਰੀਕੇ, ਤੇ ਉਹ ਅਲੱਗ-ਅਲੱਗ ਬਿਮਾਰੀਆਂ ਦਾ ਰੂਪ ਧਾਰਨ ਕਰ ਰਹੀਆਂ। ਹੈ ਇੱਕੋ ਹੀ ਹੈ, ਲੇਕਿਨ ਉਹਨੂੰ ਸਮਝਣ ਵਾਸਤੇ ਥੋੜ੍ਹਾ ਜਿਹਾ ਤੁਹਾਨੂੰ ਉਹਦੀ ਦੱਸ ਮੈਂ ਤਾਂ ਬੋਲ ਰਿਹਾ ਕਿ ਉਹਨੂੰ ਥੋੜ੍ਹਾ ਜਿਹਾ ਤੁਹਾਨੂੰ ਜੋ ਕਲਾਸੀਫਾਈ ਕਰੋਗੇ ਤਾਂ ਫਿਰ ਸਮਝ ਅਸਲ ਫਿਰ ਪਹੁੰਚਾਂਗੇ ਤਾਂ ਗੱਲ ਇੱਕ ਥਾਂ 'ਤੇ ਆ ਜਾਏਗੀ। ਲੇਕਿਨ ਉਹ ਇੱਕ ਵਰਗੇ ਹੀ ਨੇ, ਇੱਕ ਦੂਜੇ ਨਾਲ ਜੁੜੇ ਹੋਏ ਆ। ਉਹ 10 ਥੋੜ੍ਹੇ ਕਲਾਸੀਫਾਈ ਕਰੋਗੇ? ਬਿਲਕੁਲ ਕਲਾਸੀਫਾਈ ਉਸੇ ਨੂੰ ਕਲਾਸੀਫਾਈ ਕਰਾਂਗੇ ਤਾਂ ਹੀ ਆਪਾਂ ਨੂੰ ਫਾਇਦਾ ਹੋਏਗਾ ਨਾ। ਕਿਉਂਕਿ ਆਪਾਂ ਉਹ ਦੂਜੇ ਨੂੰ ਰਿਜੈਕਟ ਕਰ ਰਹੇ ਹਾਂ ਕਿ ਇਹ ਜਿਹੜੀ ਡਿਜ਼ੀਜ਼ ਅਪਰੋਚ ਹੈ, 8000 ਬਿਮਾਰੀਆਂ ਵਾਲੀ ਅਪਰੋਚ ਹੈ, ਇਹ ਬਿਲਕੁਲ ਅਨਸਾਇੰਟੀਫਿਕ ਹੈ। ਇਹਦੇ ਨਾਲ ਕੋਈ ਬੰਦਾ ਕਿਸੇ ਸਿਰੇ ਨਹੀਂ ਲੱਗ ਰਿਹਾ ਤੇ ਨਾ ਲੱਗ ਸਕਦਾ। ਨਹੀਂ ਸਿਰੇ ਲੱਗ ਰਿਹਾ ਇਹ ਨਹੀਂ ਕਿ ਜਸਟ ਬਾਈ ਚਾਂਸ ਨਹੀਂ ਸਿਰੇ ਲੱਗ ਰਿਹਾ, ਜਾਂ ਕੋਈ ਬੇਈਮਾਨ ਹੈ ਬੰਦਾ, ਜਾਂ ਡਾਕਟਰ ਬੇਈਮਾਨ ਨੇ, ਐਸਾ ਕੁਝ ਨਹੀਂ ਹੈ। ਉਹ ਸਮਝ ਹੀ ਗਲਤ ਹੈ। ਤੇ ਜਿਹੜੀ ਕਲਾਸੀਫਿਕੇਸ਼ਨ ਕਰ ਰਹੇ ਨੇ ਉਹ ਉਹਨਾਂ ਦੇ ਦਿਮਾਗ 'ਚ ਪਾ ਰਹੇ ਨੇ, ਜਿਹੜੇ ਪੜ੍ਹਾ ਰਹੇ ਨੇ ਉਹਨਾਂ ਨੂੰ ਉਸ ਤੋਂ ਅੱਗੇ ਸੋਚਣ ਹੀ ਨਹੀਂ ਦੇ ਰਹੇ। ਉਹ ਤਾਂ ਕੰਪਨੀਆਂ ਨੇ ਨਾ, ਉਹਦੇ ਪਿੱਛੇ ਫਾਰਮਾ ਕੰਪਨੀਆਂ, ਹਿਊਜ ਦਿਓਕੱਦ ਫਾਰਮਾ ਕੰਪਨੀਆਂ ਨੇ, ਉਹਨੇ ਸਾਰਾ ਸਿਸਟਮ ਕੰਟਰੋਲ ਕਰ ਰੱਖਿਆ। ਸਿਲੇਬਸ ਕੰਟਰੋਲ ਨੇ, ਸਾਇੰਟਿਸਟ ਕੰਟਰੋਲ ਨੇ, ਸਾਰਾ ਕੁਝ ਉਹਨੇ ਖਲਜਗਣ ਪਾ ਕੇ, ਤਾਂ ਕਿ ਉਹਨਾਂ ਦਾ ਜਿਹੜਾ ਧੰਦਾ ਹੈ ਉਹ ਪੂਰਾ ਸਿਰੇ 'ਤੇ ਹਰ ਸਾਲ ਧੰਦਾ ਵੱਧ ਜਾਂਦਾ ਉਹਦਾ, ਹਰ ਸਾਲ ਧੰਦਾ ਵੱਧ ਜਾਂਦਾ। ਯਾਨੀ ਕੁੱਲ ਮਿਲਾ ਕੇ ਖੂਹ ਦਾ ਡੱਡੂ ਬਣਾਤਾ, ਉਹਦੇ ਵਿੱਚ ਇਹਦਾ ਸਮੁੰਦਰ ਨਹੀਂ ਜਾਣ ਨਹੀਂ ਦੇ ਰਹੇ। ਬਿਲਕੁਲ ਸਮਝ ਨਹੀਂ ਆਉਣ ਦੇ ਰਹੇ ਆਪਾਂ ਨੂੰ ਕਿ ਅਸਲ 'ਚ ਬਿਮਾਰੀਆਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਬਹੁਤ ਥੋੜ੍ਹੀਆਂ ਨੇ। ਜਿਸ ਤਰ੍ਹਾਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਪੂਰੀ ਸ੍ਰਿਸ਼ਟੀ ਦਾ ਸੱਚ ਇੱਕ ਹੈ, ਕਿ ਸ੍ਰਿਸ਼ਟੀ ਐਜ਼ ਵਨ ਯੂਨਿਟ ਕੰਮ ਕਰਦੀ ਹੈ ਅਤੇ ਸਰੀਰ ਐਜ਼ ਵਨ ਯੂਨਿਟ ਕੰਮ ਕਰਦਾ। ਅਤੇ ਜੇ ਵਨ ਯੂਨਿਟ ਕੰਮ ਕਰਦਾ ਤਾਂ ਉਹਦੇ ਨਿਰਭਰ ਕਾਹਦੇ 'ਤੇ ਹੈ, ਆਪਾਂ ਉਹ ਗਿਣ ਲੈਂਦੇ ਹਾਂ ਪਹਿਲਾਂ। ਹੁਣ ਉਹਦੀ ਨਿਰਭਰਤਾ ਅਸੀਂ ਕਹਿੰਦੇ 5 ਤੱਤਾਂ ਦਾ ਬਣਿਆ ਹੋਇਆ ਸਰੀਰ ਹੈ। ਜਿਨ੍ਹਾਂ ਤੱਤਾਂ ਦਾ ਬਣਿਆ ਹੋਇਆ ਪਹਿਲਾਂ ਤਾਂ ਉਹ ਤਾਂ ਸਿਹਤਮੰਦ ਹੋਣ। ਜਿਸ ਚੀਜ਼ ਦੇ ਤਾਂ ਬਣੇ ਆ, ਬੜੀ ਕਾਮਨ ਸੈਂਸ ਦੀ ਗੱਲ ਹੈ ਕਿ ਤੁਹਾਡਾ ਸਰੀਰ ਜਿਹੜਾ ਬਣਿਆ 5 ਤੱਤ ਵੀ ਐਵੇਂ ਨਾਂ ਦੇ ਨੇ। ਜਿਹੜੇ 2 ਤੱਤ ਨੇ ਉਹ ਤਾਂ ਤੱਤ ਹੈ ਹੀ ਨਹੀਂ ਅਸਲ 'ਚ, ਉਹ ਪਦਾਰਥ ਹੈ ਨਹੀਂ ਗੇ। ਉਹ ਤਾਂ ਆਕਾਸ਼ ਹੈ ਅਤੇ ਉਹ ਊਰਜਾ ਦਾ ਭਰਿਆ ਹੋਇਆ। ਊਰਜਾ ਭਰਿਆ ਆਕਾਸ਼ 2 ਤੱਤ ਨੇ, ਅਸਲ 'ਚ ਇੱਕੋ ਹੀ ਆ ਉਹ। ਅਸੀਂ ਬਾਕੀ 3 ਤਾਂ ਹਵਾ ਪਾਣੀ ਮਿੱਟੀ ਹੈ। ਹਵਾ ਪਾਣੀ ਮਿੱਟੀ ਤੋਂ ਬਣਿਆ ਹੋਇਆ ਭੋਜਨ ਲੜੀ ਹੈ, ਫੂਡ ਚੇਨ ਕਹਿੰਦੇ ਆਪਾਂ ਨੂੰ। ਉਹ ਫੂਡ ਚੇਨ ਹੈ ਸਾਰੀ। ਪੌਦੇ ਨੇ, ਉਹਦੇ 'ਚ ਅੱਗੇ ਕੀੜੇ ਮਕੌੜੇ ਨੇ, ਫਿਰ ਆਪਾਂ ਦੁੱਧ ਪੀਂਦੇ ਹਾਂ, ਮੱਝਾਂ ਨੇ, ਗਾਵਾਂ ਨੇ, ਅੰਡੇ ਨੇ, ਮੀਟ ਹੈ, ਮੁਰਗਾ ਹੈ, ਮੱਛੀ ਹੈ, ਉਹ ਅੱਗੇ ਹੈ। ਸੋ ਹਵਾ, ਪਾਣੀ, ਮਿੱਟੀ ਅਤੇ ਉਹਦੇ 'ਤੇ ਨਿਰਭਰ ਜੇ 2 ਤੱਤ ਨੇ ਉਹ ਤਾਂ ਹਮੇਸ਼ਾ ਹੀ ਹੁੰਦੇ ਨੇ। ਊਰਜਾ ਭਰਿਆ ਆਕਾਸ਼ ਹਮੇਸ਼ਾ ਹੀ ਉਹ ਯੂਨੀਵਰਸਲ ਟਰੂਥ ਹੈ, ਉਹੀ ਪਰਮਾਤਮਾ ਹੈ। ਉਹ ਐਵਰ ਪ੍ਰੈਜ਼ੈਂਟ ਹੈ, ਉਹ ਹਰ ਥਾਂ 'ਤੇ ਓਮਨੀ ਪੋਟੈਂਟ ਹੈ, ਓਮਨੀ ਪ੍ਰੈਜ਼ੈਂਟ ਹੈ। ਉਹ ਕਿਸੇ ਪਦਾਰਥ ਤੋਂ ਅੱਡ ਨਹੀਂ ਹੈ, ਉਹ ਹਰ ਪਦਾਰਥ ਦੇ ਵਿੱਚ ਹੈ। ਉਹ ਛੋਟੀ ਤੋਂ ਛੋਟੀ ਚੀਜ਼ 'ਚ ਵੀ ਹੈਗਾ, ਉਹ ਵੱਡਾ ਵੀ ਬਹੁਤ ਹੈ ਲੇਕਿਨ ਛੋਟਾ ਵੀ ਬਹੁਤ ਹੈ। ਸੋ ਛੋਟੇ ਤੋਂ ਲੈ ਕੇ ਵਿਰਾਟ ਤੱਕ ਉਹੀ ਹੈ।
ਤਾਂ ਉਹਨੂੰ ਦੋ ਨੂੰ ਆਪਾਂ ਇੱਕ ਵਾਰੀ ਛੱਡ ਦਿੰਦੇ ਹਾਂ, ਕਿਉਂਕਿ ਉਹ ਦੋ 'ਚ ਨੁਕਸ ਪਾਉਣਾ ਬੜਾ ਔਖਾ ਹੈ। ਉਹ ਦੋ ਬਿਮਾਰ ਨਹੀਂ ਹੁੰਦੇ, ਉਹ ਬਿਮਾਰੀ ਤੋਂ ਮੁਕਤ ਨੇ, ਉਹ ਬਿਮਾਰੀ ਤੋਂ ਮੁਕਤ ਨੇ। ਹੁਣ ਬਿਮਾਰ ਕੌਣ ਹੁੰਦਾ? ਹਵਾ ਬਿਮਾਰ ਹੋ ਸਕਦੀ ਹੈ, ਪਾਣੀ ਬਿਮਾਰ ਹੋ ਸਕਦਾ, ਮਿੱਟੀ ਬਿਮਾਰ ਹੋ ਸਕਦੀ ਹੈ, ਅਤੇ ਹਵਾ ਪਾਣੀ ਮਿੱਟੀ ਤੋਂ ਜਿਹੜਾ ਭੋਜਨ ਪੈਦਾ ਹੁੰਦਾ ਉਹ ਬਿਮਾਰ ਹੋ ਸਕਦਾ। ਤਾਂ ਅਸਲ ਉਹ ਹੈ ਬਿਮਾਰੀ, ਉੱਥੇ ਹੈ। ਹਵਾ, ਪਾਣੀ, ਮਿੱਟੀ ਅਤੇ ਇਹਨਾਂ ਤਿੰਨਾਂ ਨੂੰ ਰਲ ਕੇ, ਅਤੇ ਉਹ ਦੋ ਪ੍ਰਮਾਤਮਾ ਦੇ ਜਿਹੜੇ ਰੂਪ ਨੇ ਆਕਾਸ਼ ਅਤੇ ਉਹਦੇ ਨਾਲ ਰਲ ਕੇ ਕੀ ਹੁੰਦਾ? ਸੂਰਜ ਵਿਚੋਲਾ ਉਹਦਾ, ਉਸ ਪ੍ਰਮਾਤਮਾ ਦਾ, ਉਸ ਊਰਜਾ ਭਰੇ ਆਕਾਸ਼ ਦਾ ਜਿਹੜਾ ਸੈਂਟਰਲ ਵਿਚੋਲਾ ਹੈ, ਸਭ ਤੋਂ ਵੱਡਾ ਦੇਵਤਾ ਹੈ, ਉਸ ਸੂਰਜ ਹੈ, ਜਿਹੜਾ ਉਸ ਊਰਜਾ ਨੂੰ ਵਰਤਣਯੋਗ ਬਣਾ ਕੇ ਸਾਡੇ ਕੋਲ ਭੇਜਦਾ। ਤਾਂ ਉਹ ਕਿਤੇ ਨਾ ਕਿਤੇ ਉਹ ਸਾਰਾ ਕੁਛ ਉਹ ਬਿਮਾਰੀ ਤੋਂ ਬਿਯੋਂਡ ਹੈ। ਸੂਰਜ ਵੀ ਬਿਯੋਂਡ ਹੈ ਬਿਮਾਰੀ ਤੋਂ, ਆਕਾਸ਼ ਤੇ ਊਰਜਾ ਵੀ ਬਿਯੋਂਡ ਨੇ। ਸੋ ਇਹ ਜਿਹੜੇ ਇਹਦੇ ਤੱਤ ਬਿਯੋਂਡ ਨੇ। ਆਪਾਂ ਤਿੰਨ ਤੱਤਾਂ ਦੀ ਗੱਲ ਕਰਦੇ ਹਾਂ, ਉਹ ਤਿੰਨ ਤੱਤਾਂ 'ਚੋਂ ਅੱਗੇ ਪੈਦਾ ਹੋਇਆ ਜਿਹੜਾ ਭੋਜਨ ਪ੍ਰਣਾਲੀ ਹੈ, ਭੋਜਨ ਲੜੀ ਹੈ ਜਿਹੜੀ, ਉਹ ਕਿਤੇ ਨਾ ਕਿਤੇ ਬਿਮਾਰ ਹੈ। ਸੋ ਉਹ ਬਿਮਾਰੀ ਜਿਹੜੀ ਹੈ ਉਹ ਆਪਾਂ ਨੂੰ ਉੱਥੇ ਆਪਾਂ ਨੂੰ ਕਰਨਾ ਪਏਗਾ। ਫਿਰ ਹੁਣ ਉਸ ਤੋਂ ਅੱਗੇ ਆ ਜਾਵਾਂਗੇ, ਇਹ ਤਿੰਨ ਬਿਮਾਰ ਕਿਉਂ ਨੇ? ਕਿਉਂਕਿ ਖੇਤੀ ਦਾ ਮਾਡਲ ਗਲਤ ਹੈ, ਕਿ ਉਹਦੇ ਅੰਦਰ ਜ਼ਹਿਰ ਨੇ ਬਹੁਤ ਜ਼ਿਆਦਾ। ਠੀਕ ਹੈ, ਅਸੀਂ ਹਵਾ ਤੇ ਪਾਣੀ ਜ਼ਹਿਰੀਲੇ ਕਰ ਲਏ ਹੋਏ ਆ, ਉਹ ਅੱਤ ਦੇ ਜ਼ਹਿਰੀਲੇ ਹੋ ਗਏ ਆ, ਉਹ ਅੱਗੇ ਆ ਕੇ ਫਿਰ ਖੇਤੀ ਨੂੰ ਵੀ ਲੱਗਦੇ ਆ, ਉਹ ਡੰਗਰ ਵੀ ਪੀਂਦੇ ਆ, ਉਹ ਅਸੀਂ ਵੀ ਪੀਂਦੇ ਹਾਂ। ਮੈਂ ਤਾਂ ਦੰਗ ਰਹਿ ਗਿਆ, ਮਤਲਬ ਜਿਵੇਂ ਤਾਂ ਮੈਨੂੰ ਝਟਕਾ ਲੱਗਦਾ। ਮਾਨਸਾ ਤੋਂ ਮੇਰੇ ਕੋਲ ਸਰਦੂਲਗੜ੍ਹ ਤੋਂ ਆਇਆ ਪੇਸ਼ੈਂਟ ਬੈਠਾ, ਅਤੇ ਮੈਂ ਕਿਹਾ ਤੁਹਾਡਾ ਬਿਮਾਰ ਬਹੁਤ ਜ਼ਿਆਦਾ, ਮੈਂ ਤੁਹਾਡਾ ਪਾਣੀ ਕਿੱਥੋਂ ਲੈਂਦੇ ਹੋ? ਅਤੇ ਕਹਿੰਦੇ ਪੀਣ ਵਾਲਾ ਪਾਣੀ ਤਾਂ, ਮੈਂ ਨਹਿਰੀ ਪਾਣੀ ਮਿਲਦਾ? ਨਹਿਰੀ ਪਾਣੀ ਟਿਊਬਵੈੱਲ ਤਾਂ ਸਾਡੇ ਜਿਹੜੇ ਨੇ ਵਾਟਰ ਵਰਕਸ ਆ, ਉਹ ਤਾਂ ਉਹ ਹੈ ਥੱਲੇ ਵਾਲਾ ਬੋਰ ਹੈ। ਮੈਂ ਉਹਦਾ TDS ਕਿੰਨਾ? 11,000। 11,000? ਇਹ ਸਭ ਮਰਨ ਵਾਲਾ ਕੰਮ ਹੈ। 11,000 TDS ਵਾਲਾ ਪਾਣੀ ਉਹਨਾਂ ਦੇ ਘਰਾਂ 'ਚ ਸਪਲਾਈ ਹੋ ਰਿਹਾ ਪੀਣ ਵਾਲਾ। ਤਾਂ ਇਹ ਹਾਲਤ ਜਿੱਥੇ ਹੋਏ, ਹਿਸਾਬ ਲਾ ਲਓ ਵੀ ਉੱਥੇ ਸਾਰਾ ਮਾਲਵਾ ਜਿਹੜਾ ਤੁਸੀਂ ਫਿਰੋਜ਼ਪੁਰ ਫਾਜ਼ਿਲਕਾ ਬੈਲਟ ਸਾਰੀ ਹੈ, ਇਹੀ ਹਾਲ ਹੈ ਉੱਥੇ ਵੀ। ਉਹਦੇ ਵਿੱਚ ਕੀ ਆ ਰਿਹਾ? ਰਸਾਇਣਿਕ ਜ਼ਿਆਦਾ TDS ਦਾ TDS ਦਾ ਮਤਲਬ ਇਹ ਹੁੰਦਾ ਕਿ ਉਹਦੇ ਅੰਦਰ ਜਿਹੜੇ ਨੇ ਹਰ ਕਿਸਮ ਦੇ ਸੋਲਿਡਸ ਹੋਣਗੇ, ਹਰ ਕਿਸਮ ਦੇ ਸਾਲਟਸ ਨੇ। ਉਹ ਸਾਲਟ ਕੁਛ ਯੂਜ਼ਫੁਲ ਨੇ, ਕੈਲਸ਼ੀਅਮ ਮੈਗਨੀਸ਼ੀਅਮ ਵਰਗੇ, ਸੋਡੀਅਮ ਪੋਟਾਸ਼ੀਅਮ ਵਰਗੇ, ਕੁਛ ਬਾਕੀ ਦੇ ਨਿਊਟਰਲ ਜਿਹੜੇ ਵੀ ਨੇ, ਜਿਹੜੇ ਬਹੁਤੇ ਹਾਰਮਫੁਲ ਨਹੀਂ ਹੈ, ਕੁਛ ਬਹੁਤ ਜ਼ਿਆਦਾ ਹਾਰਮਫੁਲ ਨੇ। ਰਿਕੁਆਇਰਡ ਕਿੰਨਾ ਹੁੰਦਾ ਪੀਣ ਵਾਲੇ ਪਾਣੀ 'ਚ ਤਾਂ WHO ਕਹਿੰਦਾ 500 ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਅਸੀਂ ਕਹਿੰਦੇ ਨਹੀਂ 500 ਵੀ ਬਹੁਤ ਜ਼ਿਆਦਾ ਹੈ, 300 ਤੱਕ ਜੇ ਜਸਟੀਫਾਈਡ ਹੈ। 500 ਵਾਲਾ ਪਾਣੀ ਪੀ ਸਕਦੇ ਹੋ ਤੁਸੀਂ, ਲੇਕਿਨ ਬਹੁਤ ਲੰਬਾ ਸਮਾਂ ਨਹੀਂ ਪੀਣਾ ਚਾਹੀਦਾ। ਉਹ ਵੀ ਜੇ ਤੁਸੀਂ ਸਾਲਾਂ ਬੱਧੀ ਪੀਣਾ ਹੋਵੇ ਤਾਂ 300 350 ਤੱਕ ਠੀਕ ਹੈ। WHO ਕਹਿੰਦਾ 500 ਤੱਕ ਰੀਜ਼ਨੇਬਲ ਹੈ, ਲੇਕਿਨ 500 ਦਾ ਬਿਯੋਂਡ ਤੁਸੀਂ ਪਾਣੀ ਪੀ ਨਹੀਂ ਸਕਦੇ। ਡੰਗਰਾਂ ਨੂੰ ਵੀ ਪਿਆਉਣਾ ਹੋਵੇ ਤਾਂ ਤੁਹਾਨੂੰ ਵੱਧ ਤੋਂ ਵੱਧ ਤੁਸੀਂ 500 600 700 ਵਾਲਾ ਪਿਆ ਲਓਗੇ। 1000 ਤੋਂ ਉੱਪਰ ਤੱਕ ਜਿਹੜੀ ਖੇਤੀ ਆ ਉਹ ਵੀ ਤਕਲੀਫ ਮੰਨਣ ਲੱਗ ਜਾਂਦੀ ਹੈ। ਜਿੱਥੇ ਤੁਸੀਂ 1000-1500 ਹੋਣ ਲੱਗ ਜਾਏ, ਸਬਜ਼ੀਆਂ ਨਹੀਂ ਹੁੰਦੀਆਂ ਉੱਥੇ, ਸਬਜ਼ੀਆਂ ਨਹੀਂ ਹੁੰਦੀਆਂ ਉੱਥੇ। ਸਬਜ਼ੀ ਬਹੁਤ ਸੋਲ ਹੁੰਦੀ ਹੈ, ਜਿਹੜੀਆਂ ਪੱਤੇਦਾਰ ਨੇ, ਸੋਲ ਜਿਹੀਆਂ ਸਬਜ਼ੀਆਂ ਨੇ ਸਾਰੀਆਂ ਜਵਾਬ ਦੇ ਜਾਂਦੀਆਂ ਨੇ। ਸਿਰਫ ਉਹ ਹੁੰਦਾ ਜਿਹੜਾ, ਫਿਰ ਉਹ ਕੀ ਕਰਦੇ, ਮਿਕਸ ਕਰਦੇ ਪਾਣੀ ਨੂੰ। ਇੱਥੇ ਤੋਂ ਦੂਰ ਕਿਉਂ ਜਾਂਦੇ ਆ? ਤੁਹਾਡੀ ਸਾਰੀ ਘਨੌਰ ਵਾਲੀ ਬੈਲਟ ਹੈ, ਇਹਦੇ ਅੰਦਰ ਉਹ ਗੰਦੇ ਨਾਲੇ 'ਚੋਂ ਪਾਣੀ ਚੱਕਦੇ ਆ ਅਤੇ ਨਾਲ ਟਿਊਬਵੈੱਲ ਵਾਲਾ ਪਾਣੀ ਲਾਉਂਦੇ ਆ, ਤਾਂ ਉਹਨੂੰ ਮਿਕਸ ਕਰਦੇ ਫਿਰ ਲਾਉਂਦੇ ਆ। ਜੇ ਇਕੱਲਾ ਗੰਦੇ ਨਾਲੇ ਦਾ ਲਾਉਂਦੇ ਆ ਤਾਂ ਉਹਦੇ ਅੰਦਰ ਅਲੱਗ ਕਿਸਮ ਦੇ ਜ਼ਹਿਰ ਨੇ, ਉਹ ਫੈਕਟਰੀਆਂ ਦੇ ਜ਼ਹਿਰ ਨੇ। ਜੇ ਇਕੱਲਾ ਟਿਊਬਵੈੱਲ ਦਾ ਲਾਉਂਦੇ ਆ ਤਾਂ ਉਹਦੇ 'ਚ ਅਲੱਗ ਕਿਸਮ ਦੇ ਜ਼ਹਿਰ ਨੇ, ਉਹ ਦੋਨੋਂ ਜ਼ਹਿਰਾਂ ਨੂੰ ਮਿਲਾ ਦਿੰਦੇ ਆ। ਉਹ ਵੀ ਘਟ ਜਾਂਦੇ ਆ, ਫਿਰ ਉਹ ਫਸਲ ਕਣਕ ਅਤੇ ਚੌਲ ਹੋ ਜਾਂਦੇ ਆ। ਹਿਸਾਬ ਨਾਲ ਵੀ ਉਸ ਕਣਕ ਅਤੇ ਚੌਲ 'ਚ ਦੋਨੋਂ ਜ਼ਹਿਰ ਆ ਗਏ। ਨਾਲੇ ਤਾਂ ਆ ਗਏ ਤੇਰੇ ਥੱਲੇ ਪਾਣੀ 'ਚੋਂ ਆ ਰਹੇ ਜ਼ਹਿਰ ਨੇ, ਉਹ ਆ ਗਏ, ਨਾਲੇ ਜਿਹੜੇ ਫੈਕਟਰੀਆਂ ਦੇ ਜ਼ਹਿਰ ਨੇ ਉਹ ਆ ਗਏ। ਉਹ ਤੁਸੀਂ ਜਾ ਕੇ ਆਪਾਂ ਮੈਂ ਤੈਨੂੰ ਟੂਰ 'ਤੇ ਲੈ ਕੇ ਚੱਲੂਗਾ ਕਿਸੇ ਦਿਨ। ਉਹ ਤੁਹਾਨੂੰ ਨਾਲੇ ਦੇ ਉੱਪਰ ਦੋ ਚੀਜ਼ਾਂ ਚੱਲ ਰਹੀਆਂ ਨੇ। ਇੱਕ ਪਾਸੇ ਬੋਰ ਚੱਲ ਰਿਹਾ, ਇੱਕ ਪਾਸੇ ਨਾਲੇ ਦਾ ਪਾਣੀ ਚੱਲ ਰਿਹਾ। ਦੋਨੋਂ ਪਹਿਲਾਂ ਇੱਕ 'ਚ ਬੱਚੇ ਇਕੱਠੇ ਹੁੰਦੇ ਆ, ਫਿਰ ਖੇਤੀ ਨੂੰ ਲੱਗਦੇ ਆ। ਦਰਸ਼ਕਾਂ ਨਾਲ ਵਾਅਦਾ ਕਰਦੇ ਹਾਂ ਕਿ ਉਹ ਵੀਡੀਓ ਵੀ ਬਣਾਵਾਂਗੇ। ਬਹੁਤ ਉਹ ਕਮਾਲ ਦੀ ਜਿਹੜੇ ਸੀਨ ਨੇ ਕਿ ਕਿਵੇਂ ਫੈਕਟਰੀ ਦਾ ਗੰਦਾ ਪਾਣੀ ਜਿਹੜਾ ਸਮੈਲ ਬਦਬੂ ਮਾਰ ਰਿਹਾ, ਉਹ ਚੱਕ ਰਹੇ ਆ, ਉਹ ਵੀ ਉਸ 'ਚ ਬੱਚੇ ਜਾ ਰਿਹਾ। ਇੱਕ ਪਾਸੇ ਟਿਊਬਵੈੱਲ ਦਾ ਪਾਣੀ ਆ ਰਿਹਾ। ਜਿੱਦਣ 'ਚ ਬੱਚਾ ਉਹ ਗੰਦੇ ਨਾਲੇ ਦਾ ਪਾਣੀ ਘਟ ਜਾਂਦਾ, ਉਦੋਂ ਵੀ ਉਹ ਬੰਦ ਕਰਨਾ ਪੈਂਦਾ। ਇਕੱਲਾ ਟਿਊਬਵੈੱਲ ਦਾ ਨਹੀਂ ਲਾ ਸਕਦੇ। ਜਿੱਦਣ ਉਹ ਨਾਲੇ 'ਚ ਕਿਤੇ ਕਈ ਵਾਰੀ ਉਹ ਸ਼ਰਾਬ ਦੀਆਂ ਫੈਕਟਰੀਆਂ ਵਾਲੇ ਪਾਣੀ ਬਹੁਤ ਗੰਦਾ ਪਾ ਦਿੰਦੇ ਆ। ਜਿੱਦਣ ਉਹ ਗੰਦਾ ਪਾਣੀ ਪਾਉਣ, ਉਹ ਪਹਿਲਾਂ ਸਟੋਰ ਕਰੀ ਰੱਖਦੇ ਆਪਣੇ ਅੰਦਰ। ਜਿੱਦਣ ਉਹਦਾ ਦਾਜਾ ਲੱਗਦਾ ਨਾ, ਛੁੱਟੀ ਛੱਟੀ ਵਾਲੇ ਦਿਨ ਹੁੰਦਾ ਵੀ ਅੱਜ ਨੇ ਚੈਕਿੰਗ ਨਹੀਂ ਕਰਨੀ, ਸਾਰਾ ਗੰਦਾ ਪਾਣੀ ਇੱਕਦਮ ਛੱਡ ਦਿੰਦੇ ਨਾਲੇ। ਉਹ ਫਿਰ ਸਮੈਲ ਆਉਂਦੀ, ਜਦੋਂ ਦੂਰੋਂ ਸਮੈਲ ਉਹ ਲੋਕਾਂ ਨੂੰ ਪਛਾਣ ਆ ਗਈ ਆ। ਉਹ ਪਿੰਡਾਂ 'ਚ ਰਾਤ ਨੂੰ ਭੱਜਦੇ, ਕਈ ਵਾਰੀ ਮੁਸ਼ਕ ਆਉਣ ਲੱਗ ਜਾਂਦਾ ਨਾ। ਉਹ ਕਹਿੰਦੇ ਵੀ ਅੱਜ ਫੈਕਟਰੀ ਵਾਲੇ ਨੇ ਪਾਣੀ ਛੱਡਤਾ, ਫਟਾਫਟ ਜਾ ਕੇ ਬੰਦ ਕਰੋ ਟਿਊਬਵੈੱਲ, ਨਹੀਂ ਤਾਂ ਫਸਲ ਛੱਡ ਜਾਏਗੀ। ਇਹੋ ਜਿਹੇ ਹਾਲਾਤ ਨੇ। ਇਹੋ ਜਿਹੇ ਹਾਲਾਤ ਦੇ ਅੰਦਰ ਜਿਹੜੀ ਜਦੋਂ ਸਾਰੀ ਜੀਵਨ ਨੇ, ਪੂਰੇ ਜੀਵਨ ਨੇ ਹਵਾ ਪਾਣੀ ਮਿੱਟੀ ਤੋਂ ਬਣਨਾ, ਤਾਂ ਹਵਾ ਪਾਣੀ ਮਿੱਟੀ ਜਦੋਂ ਜ਼ਹਿਰੀਲੇ ਹੋਣਗੇ ਤਾਂ ਇਹ ਬਿਮਾਰੀਆਂ ਹੋਣਗੀਆਂ। ਸੋ ਦੂਜੀ ਇਹ ਲੜਾਈ ਹੈ ਵੱਡੀ।
ਹਵਾ ਪਾਣੀ ਮਿੱਟੀ ਦੀ ਲੜਾਈ ਪੂਰੇ ਸਮਾਜ ਦੇ ਅੰਦਰ ਲੜਨ ਦੀ ਲੋੜ ਹੈ। ਜੇ ਅਸੀਂ ਨਹੀਂ ਲੜਾਂਗੇ ਤਾਂ ਮਰੇ ਜਾਵਾਂਗੇ। ਸਾਡੀ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਤਬਾਹ ਹੋ ਰਹੀਆਂ ਨੇ, ਸਾਡੀ ਪ੍ਰਜਨਨ ਪ੍ਰਣਾਲੀ ਤਬਾਹ ਹੋ ਰਹੀ ਹੈ, ਸਾਡੇ ਮਾਨਸਿਕ ਤੇ ਸਰੀਰਕ ਸਿਹਤ ਤਬਾਹ ਹੋ ਰਹੀ ਹੈ। ਇਹ ਲੜਾਈ ਲੜ ਰਿਹਾ ਸਮਾਜ। ਤੁਸੀਂ ਦੇਖੀਆਂ ਹੋਣਗੀਆਂ ਵੀਡੀਓਜ਼ ਪੈ ਰਹੀਆਂ ਨੇ ਬਹੁਤ, ਹਾਲਾਂਕਿ ਸਰਕਾਰਾਂ ਇਹਦੇ ਬਾਰੇ ਚੁੱਪ ਨੇ, ਲੇਕਿਨ ਰੋਜ਼ ਕੋਈ ਨਾ ਕੋਈ ਅਖਬਾਰਾਂ 'ਚ ਵੀ ਖਬਰ ਹੁੰਦੀ ਹੈ ਕਿ ਫਲਾਣੀ ਥਾਂ ਤੇ ਤਾਂ ਉਹ ਹੋਇਆ, ਡੈਮੋਨਸਟ੍ਰੇਸ਼ਨ ਹੋਈ, ਜਲੂਸ ਨਿਕਲਿਆ, ਫੈਕਟਰੀਆਂ ਦੇ ਖਿਲਾਫ ਨਿਕਲਿਆ, ਇਹ ਉਹ ਬਣਾਉਂਦਾ ਰਹਿੰਦਾ ਕੁਛ ਨਾ ਕੁਛ। ਲੇਕਿਨ ਹੁਣ ਜਿਹੜੀ ਆਪਾਂ ਗੱਲ ਕਰੀਏ ਉਹਦੇ 'ਚ ਪੂਰੀ ਬਾਡੀ ਨੂੰ ਅਗਰ ਹੀਲ ਕਰਨਾ ਹੋਵੇ ਤਾਂ ਹੋਰ ਕਿਹੜੇ ਤਰੀਕੇ ਨੇ ਜਿਹਦੇ 'ਚ ਅਜੇ ਸਾਡਾ ਕੰਟਰੋਲ ਹੈਗਾ, ਕਿਉਂਕਿ ਉਹ ਅਸੀਂ ਅਜੇ ਵੀ ਕਰ ਸਕਦੇ ਹਾਂ। ਔਰ ਅਸੀਂ ਅਜੇ ਖੁਸ਼ਕਿਸਮਤ ਹਾਂ ਕਿ ਅਸੀਂ ਉਹ ਵੀ ਕਰ ਲਈਏ ਤਾਂ ਵੀ ਬਹੁਤ ਫਰਕ ਪੈ ਜਾਂਦਾ। ਹਾਲਾਂਕਿ 100% ਆਪਾਂ ਨਹੀਂ ਫਿਰ ਕਰ ਸਕਦੇ ਉਹਦੇ 'ਤੇ, ਜਿੰਨੀ ਕੁਦਰਤ ਨੇ ਮੰਨ ਲਓ 125 ਸਾਲ ਦੀ ਉਮਰ ਦਿੱਤੀ ਹੈ, ਤਾਂ ਜੇ ਕਰ ਵੀ ਲਵਾਂਗੇ ਤਾਂ ਵੀ 125 ਸਾਲ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਉਹਨਾਂ ਚੀਜ਼ਾਂ ਨੂੰ ਜਿਹੜੀ ਕਿ ਵੱਡੇ ਸਮਾਜ ਨੇ ਡੀਲ ਕਰਨੀਆਂ ਹਵਾ ਪਾਣੀ ਮਿੱਟੀ ਵਾਲੀਆਂ, ਉਹ ਅਜੇ ਉੱਥੇ ਖੜਾ ਮਸਲਾ। ਹੁਣ ਜਿਹੜੀ ਚੀਜ਼ਾਂ 'ਤੇ ਆਪਾਂ ਕਰ ਸਕਦੇ ਹਾਂ ਉਹਦੀ ਗੱਲ ਕਰੀਏ ਆਪਾਂ। ਉਹਦੇ ਅੰਦਰ ਹੈ ਫੂਡ। ਪਹਿਲਾਂ ਤਾਂ ਖਾਣਾ, ਕਿ ਅਸੀਂ ਜਦੋਂ ਖਾਣਾ ਖੇਤਾਂ 'ਚ ਪੈਦਾ ਹੋ ਗਿਆ, ਚਲੋ ਉਹਦੇ 'ਚ ਛਿੜਕਾ ਪੈਸਟੀਸਾਈਡ ਵੀ ਨੇ, ਉਹਦੇ 'ਚ ਖਾਦਾਂ ਵੀ ਨੇ, ਉਹਦੇ 'ਚ ਹਰਬੀਸਾਈਡ ਵੀ ਨੇ, ਤਾਂ ਸਾਰਾ ਕੁਝ ਪੈ ਗਿਆ। ਲੇਕਿਨ ਉਹਦੇ ਬਾਵਜੂਦ ਵੀ ਜਿਹੜੀ ਇਹ ਇੰਡਸਟਰੀ ਹੈ ਅੱਗੇ, ਫਾਰਮਾ ਇੰਡਸਟਰੀ ਅਤੇ ਜਿਹੜੀ ਫੂਡ ਇੰਡਸਟਰੀ ਹੈ, ਇਹ ਫਿਰ ਚੱਕ ਕੇ ਉਹਨੂੰ ਖੇਤਾਂ 'ਚੋਂ ਲੈ ਜਾਂਦੀਆਂ ਨੇ, ਫਿਰ ਉਹਨੂੰ ਪ੍ਰੋਸੈਸਿੰਗ ਕਰਦੀਆਂ ਨੇ। ਉਦਾਹਰਨ ਦੇ ਤੌਰ 'ਤੇ ਗੰਨਾ ਤੁਸੀਂ ਬੀਜ ਲਿਆ, ਚਲੋ ਗੰਨੇ ਨੂੰ ਜੋ ਖੇਤੀ 'ਚ ਹੋ ਗਿਆ, ਫਿਰ ਗੰਨੇ ਨੂੰ ਚੀਨੀ 'ਚ ਕਨਵਰਟ ਕਰਤਾ, ਜਿਹੜੀ ਕਿ ਸਭ ਤੋਂ ਗੰਦਾ ਫੂਡ ਹੈ। ਹੁਣ ਪ੍ਰੂਵ ਹੋ ਗਿਆ ਕਿ ਜਿਹੜੀ ਦਾਣੇਦਾਰ ਚੀਨੀ ਹੈ ਇਹ ਖਾਣੀ ਜਿਹੜੀ ਹੈ ਇਹ ਜ਼ਹਿਰ ਹੈ। ਫਿਰ ਵੀ ਕਿਉਂ ਬਣ ਰਹੀ ਹੈ? ਫਿਰ ਵੀ ਸਰਕਾਰੀ ਤੌਰ ਤੇ ਬਣ ਰਹੀ? ਕਿਉਂਕਿ ਸ਼ੂਗਰ ਲਾਬੀ ਬਹੁਤ ਸਟਰੋਂਗ ਹੈ। ਸ਼ੂਗਰ ਲਾਬੀ ਤਾਂ ਇੰਨੀ ਸਟਰੋਂਗ ਹੈ ਦੁਨੀਆ ਦੇ ਅੰਦਰ ਕੁਲਵੰਤ ਜੀ, ਸ਼ੂਗਰ ਲਾਬੀ ਨੇ ਪੂਰੇ 50 ਸਾਲਾਂ ਨੂੰ ਬੇਵਕੂਫ ਬਣਾਇਆ। ਸ਼ੂਗਰ ਲਾਬੀ ਦੇ ਉੱਪਰ ਅੱਜ ਤੋਂ 50 ਸਾਲ ਪਹਿਲਾਂ ਉਂਗਲ ਉੱਠ ਰਹੀ ਸੀ ਵੀ ਇਹ ਸ਼ੂਗਰ ਲਾਬੀ ਜਿਹੜੀ ਹੈ ਸ਼ੂਗਰ ਪੈਦਾ ਕਰ ਰਹੇ ਤੁਸੀਂ, ਇਹ ਬਹੁਤ ਵੱਡਾ ਜ਼ਹਿਰ ਹੈ। ਉਹਨਾਂ ਨੇ ਕਿਹਾ ਸੀ ਟ੍ਰਿਕ ਖੇਡੀ, ਉਹ ਸਾਇੰਟਿਸਟ ਪੱਟ ਕੇ ਉਹਨੇ ਸਾਰੀ ਜਿਹੜੀ ਦੋਸ਼ ਸੀਗਾ ਉਹ ਚਰਬੀ ਦਾ ਕੋਲੈਸਟਰੋਲ 'ਤੇ ਪਾਤਾ, ਔਰ 50 ਸਾਲ ਸਾਨੂੰ ਬੇਵਕੂਫ ਬਣਾਇਆ ਗਿਆ ਵੀ ਕੋਲੈਸਟਰੋਲ ਬਿਮਾਰ ਕਰਦੀ ਹੈ। ਅੱਜ ਆ ਕੇ ਉਹ ਪ੍ਰੂਵ ਹੋ ਗਿਆ ਕਿ ਕੋਲੈਸਟਰੋਲ ਤਾਂ ਬਿਮਾਰ ਨਹੀਂ ਕਰਦੀ। ਅੱਜ ਵੀ ਅਦਾਲਤਾਂ ਕਿਉਂ ਚੁੱਪ ਨੇ? ਸੋ ਮੋਟੋ ਨੋਟਿਸ ਕਿਉਂ ਨਹੀਂ ਲਿੱਤਾ ਜਾ ਰਿਹਾ? ਉਹ ਜੀ ਜਿਹੜੀਆਂ ਨਾ ਸਿਸਟਮ ਹੈ ਸਾਰਾ ਅਜੇ ਵੀ ਹਜੈਕ ਚੱਲ ਰਿਹਾ। ਉਹ ਕੋਈ ਅਜੇ ਅਸੀਂ ਉਸ ਲੈਵਲ 'ਤੇ ਹਾਂ ਜਿੱਥੇ ਅਸੀਂ ਬੋਲਣ ਵਾਲੇ ਬੰਦੇ 1% ਵੀ ਨਹੀਂ ਹਾਂ। ਜਿੱਦਣ 1% ਹੋ ਗਏ ਬੋਲਣ ਵਾਲੇ, ਉਦੋਂ ਸ਼ਾਇਦ ਸਭ ਕੁਝ ਹੋ ਜਾਏਗਾ। ਅਦਾਲਤਾਂ ਵੀ ਚੱਕਣਗੀਆਂ ਅਤੇ ਪੋਲੀਟੀਕਲ ਪਾਰਟੀਆਂ ਵੀ, ਇਲੈਕਸ਼ਨ ਮੁੱਦੇ ਵੀ ਬਣਨਗੇ। ਇਹ ਹੁਣ ਥੋੜ੍ਹਾ ਬਣਨੇ ਸ਼ੁਰੂ ਹੋ ਗਏ। ਤੁਸੀਂ ਦੇਖਿਆ ਹੋਣਾ ਪਿਛਲੀ ਇਲੈਕਸ਼ਨਾਂ 'ਚ ਕੁਝ ਮੁੱਦੇ ਬਣੇ ਹੈ ਇਨਵਾਇਰਮੈਂਟ ਦੇ ਮੁੱਦੇ, ਲੇਕਿਨ ਆਉਣ ਵਾਲੇ ਸਮੇਂ 'ਚ ਐਤਕੀ ਵੀ ਬਣਨਗੇ ਜ਼ਰੂਰ। ਸਿਹਤ ਸੁਵਿਧਾਵਾਂ ਨੂੰ ਲੈ ਕੇ ਵੀ ਕਾਫੀ ਕੁਝ ਰੌਲਾ ਪਿਆ। ਸਿਹਤ ਸੁਭਾਅ 'ਤੇ ਰੌਲਾ ਪਊਗਾ, ਜਿਹੜੇ ਖੇਤੀ ਦੇ ਵੀ ਰੌਲਾ ਪਊਗਾ, ਖੇਤੀ ਦੇ ਮਾਡਲ 'ਤੇ ਵੀ ਰੌਲਾ ਪਊਗਾ। ਜਿਹੜਾ ਕਿਸਾਨ ਅੰਦੋਲਨ ਹੋ ਰਿਹਾ ਅਲਟੀਮੇਟਲੀ ਉੱਥੇ ਹੁਣ ਬਹਿਸ ਇਹੀ ਚੱਲ ਰਹੀ ਹੈ ਕਿ ਜਦ ਤੱਕ ਤੁਸੀਂ ਖੇਤੀ ਦਾ ਮਾਡਲ ਨਹੀਂ ਬਦਲਦੇ ਤਦ ਤੱਕ ਕੁਝ ਨਹੀਂ ਹੋਣਾ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਹੈ ਸਾਡਾ ਭੋਜਨ ਵਾਲਾ, ਕਿ ਫੂਡ ਇੰਡਸਟਰੀ ਚੱਕ ਕੇ ਉਹਨੂੰ ਪ੍ਰੋਸੈਸ ਕਰ ਦਿੰਦੀ ਹੈ। ਚੀਨੀ ਇੱਕ ਉਦਾਹਰਨ ਹੈ। ਰਿਫਾਈਨਡ, ਪਹਿਲਾਂ ਡਾਲਡਾ ਘਿਓ ਲੈ ਕੇ ਆਏ ਉਹ ਦੂਜੀ ਉਦਾਹਰਨ ਹੈ, ਫਿਰ ਰਿਫਾਈਨਡ ਲੈ ਕੇ ਆ ਗਏ ਤੀਜੀ ਉਦਾਹਰਨ ਹੈ, ਫਿਰ ਨਮਕ 'ਤੇ ਕਬਜ਼ਾ ਕਰ ਲਿਆ। ਦੇਖੋ ਇਹਨਾਂ ਨੇ ਸਾਡਾ ਜਿਹੜਾ ਨਮਕ ਸੀਗਾ, ਕਰੂਡ ਸਾਲਟ ਜਿਹੜਾ ਸਮੁੰਦਰ 'ਚ ਆਉਂਦਾ ਸੀ, ਜਿਹਨੂੰ ਸੀ ਸਾਲਟ ਕਹਿੰਦੇ ਸੀ, ਡਲੇ ਵਾਲਾ ਨਮਕ ਸੀ। ਅਸੀਂ ਬਚਪਨ 'ਚ ਉਹੀ ਖਾਂਦੇ ਸੀਗੇ। ਬਚਪਨ 'ਚ ਡਲੇ ਵਾਲਾ ਨਮਕ ਬੋਰੀਆਂ 'ਚ ਲੈ ਕੇ ਆਉਂਦੇ ਹੁੰਦੇ ਸੀ ਇਹ ਦੁਕਾਨਾਂ ਵਾਲੇ, ਉੱਥੋਂ ਲੈ ਕੇ ਜਾ ਕੇ ਕੁੰਡੇ 'ਚ ਅਸੀਂ ਉਹਨੂੰ ਪੀਂਦੇ ਹੁੰਦੇ ਸੀਗੇ। ਹਾਂ, ਛੋਟੀਆਂ ਚੱਕੀਆਂ 'ਚ ਵੀ ਪੀ ਲੈਂਦੇ ਸੀ। ਤੇ ਨਹੀਂ ਤਾਂ ਘਰ 'ਚ ਨਮਕ ਰੱਖਿਆ ਹੁੰਦਾ ਸੀ ਸਾਬਤ, ਉਹਨੂੰ ਜਿੰਨਾ ਕੁ ਚਾਹੀਦਾ ਹੁੰਦਾ ਸੀ ਉਹਨਾਂ ਕੁ ਪੀ ਲੈਂਦੇ ਸੀਗੇ। ਫਿਰ ਉਸ ਤੋਂ ਬਾਅਦ ਸੀਗਾ ਸੇਂਦਾ ਨਮਕ ਸੀ, ਪਾਕਿਸਤਾਨੀ ਨੂਣ ਕਹਿੰਦੇ ਸੀਗੇ, ਬਹੁਤ ਜ਼ਿਆਦਾ ਖਾਂਦੇ ਸੀ ਲੋਕ। ਫਿਰ ਉਹਨੇ ਇਹ ਆਇਓਡਾਈਜ਼ ਦੇ ਨਾਂ 'ਤੇ ਉੱਪਰ ਨਮਕ ਲਿਆਂਦਾ, ਕਹਿੰਦੇ ਜੀ ਆਇਓਡਾਈਜ਼ ਸਾਲਟ ਖਾਓ, ਥਾਇਰਾਇਡ ਤੁਹਾਡਾ ਹੋ ਰਿਹਾ ਤੁਹਾਨੂੰ। ਅਤੇ ਜਿੱਦਾਂ ਦਾ ਥਾਇਰਾਇਡ ਆਇਓਡਾਈਜ਼ ਸਾਲਟ ਖਾਣ ਲੱਗੇ ਥਾਇਰਾਇਡ ਹੋਰ ਵੱਧ ਗਿਆ ਸੋ ਤੁਹਾਡੇ ਉਹ ਹਨੇਰੀ ਆਈ ਪੀ ਥਾਇਰਾਇਡ ਦੀ। ਆਇਓਡਾਈਜ਼ ਨਮਕ ਕੀ ਕਰਕੇ ਲੈਂਦਾ ਗਿਆ, ਉਹ ਕੰਪਲਸਰੀ ਕਰਤਾ ਗਿਆ। ਆਇਓਡਾਈਜ਼ ਸਾਲਟ ਤੋਂ ਬਿਨਾਂ ਕੋਈ ਸਾਲਟ ਮਾਰਕੀਟ 'ਚ ਵਿਕ ਨਹੀਂ ਸਕਦਾ, ਤੁਹਾਨੂੰ ਪਤਾ। ਸੇਂਦਾ ਨਮਕ ਦਾ ਦੂਜਾ ਨਮਕ ਜਿਹੜਾ ਡਲੀ ਵਾਲਾ ਤਾਂ ਵੇਚਣ ਨਹੀਂ ਦੇ ਰਹੇ ਨਾ, ਉਹਨੂੰ ਸਾਬਤ ਵੇਚਦੇ ਆ ਅਤੇ ਉਹਨੂੰ ਜਾ ਕੇ ਉਹ ਐਜ਼ ਦਵਾਈ ਪਰਚੇਜ਼ ਕਰਨਾ ਪੈਂਦਾ, ਫਿਰ ਲਿਆ ਕੇ ਘਰ ਪੀਣਾ ਪੈਂਦਾ, ਠੀਕ ਹੈ ਨਾ। ਤਾਂ ਉਹਨੂੰ ਤੁਸੀਂ ਕਮਰਸ਼ਲਾਈਜ਼ ਨਹੀਂ ਕਰ ਸਕਦੇ। ਨਮਕ ਦਾ ਜਿਹੜਾ ਜਿੰਨਾ ਮਾਰਕੀਟ ਨਮਕ ਮਿਲੇਗਾ ਉਹ ਆਇਓਡਾਈਜ਼ਡ ਮਿਲੇਗਾ, ਅਤੇ ਜਦ ਆਇਓਡਾਈਜ਼ਡ ਨਮਕ ਖਾਣ ਲੱਗੇ ਤਦ ਦਾ ਥਾਇਰਾਇਡ ਉਲਟਾ ਵੱਧ ਗਿਆ। ਅਤੇ ਫਿਰ ਇਹ ਕੀ ਹੈ, ਕਿਹੜੀ ਸਾਇੰਸ ਹੈ ਇਹ? ਤੁਸੀਂ ਦੇਖੋ, ਇੱਕ ਤਾਂ ਤੁਸੀਂ ਚੰਗੇ ਭਲੇ ਗੰਨੇ ਨੂੰ ਗੁੜ ਬਣਾਉਣ ਦੀ ਬਜਾਏ, ਸ਼ੱਕਰ ਬਣਾਉਣ ਦੀ ਬਜਾਏ, ਖੰਡਸਰੀ ਬਣਾਉਣ ਦੀ ਬਜਾਏ, ਤੁਸੀਂ ਜਿਹੜਾ ਕਿ ਕਿਸਾਨ ਬਣਾਉਂਦਾ ਸੀਗਾ, ਨਾਲੇ ਕਿਸਾਨ ਨੂੰ 4 ਪੈਸੇ ਮਿਲਦੇ ਸੀਗੇ, ਉਹ ਕਿਸਾਨ ਬਣਾਉਂਦਾ ਸੀਗਾ, ਅਤੇ ਉਦੋਂ ਬਾਅਦ ਤੁਸੀਂ ਉਹਨੂੰ ਚੀਨੀ 'ਚ ਕਨਵਰਟ ਕਰਤਾ। ਚੀਨੀ 'ਚ ਕਨਵਰਟ ਕਰਕੇ ਫਿਰ ਝੂਠ ਬੋਲਿਆ ਸਾਇੰਟਿਸਟਾਂ ਨੂੰ ਪੱਟ ਕੇ ਵੀ ਨਹੀਂ ਇਹ ਤਾਂ ਕੁਝ ਨਹੀਂ ਕਹਿੰਦੀ,
ਤੁਹਾਨੂੰ ਤੁਸੀਂ ਦੁੱਧ ਨਾ ਪੀਆ ਕਰੋ ਤੇ ਉਹ ਚਰਬੀ ਨਾ ਖਾਇਆ ਕਰੋ, ਉਹ ਕਰਦੀ ਹੈ। ਬਾਅਦ 'ਚੋਂ ਗਲਤ ਪ੍ਰੂਵ ਹੋ ਗਿਆ ਸਾਰਾ। ਹੁਣ ਅਮਰੀਕਾ ਦੀ FDA ਤੇ US ਐਗਰੀਕਲਚਰ ਡਿਪਾਰਟਮੈਂਟ ਖੁਦ ਕਹਿ ਰਿਹਾ ਕਿ ਜਿੰਨੀ ਮਰਜ਼ੀ ਕੋਲੈਸਟਰੋਲ ਖਾਓ, ਕੋਲੈਸਟਰੋਲ ਕੁਛ ਨਹੀਂ ਕਹਿੰਦੀ, ਕੋਲੈਸਟਰੋਲ ਮੁੱਦਾ ਹੀ ਨਹੀਂ ਹੁਣ ਕੋਈ, ਆਪ ਅਫੀਸ਼ੀਅਲੀ ਕਹਿਤਾ ਉਹਨਾਂ ਨੇ। ਤਾਂ ਦੇਖੋ ਕਿੱਡੇ ਕਿੱਡੇ ਵੱਡੇ ਝੂਠ ਤੇ ਕਿੱਡੀ ਵੱਡੀ ਜਿਹੜੀ ਹੈ ਮਨੁੱਖਤਾ ਨੂੰ ਬੇਵਕੂਫ ਬਣਾਇਆ ਜਾਂਦਾ। ਔਰ ਹੁਣ ਇਹੋ ਜਿਹੀ ਇੱਕ ਬੇਵਕੂਫੀ ਇਹ ਹੈ ਜਿਹਦੇ 'ਚ ਹੁਣ ਕੱਢਣਾ ਜ਼ਰੂਰੀ ਹੈ ਕਿ ਡਿਜ਼ੀਜ਼ ਸੈਂਟਰਿਕ ਅਪਰੋਚ ਜਿਹੜੀ ਹੈਗੀ ਮਾਡਰਨ ਮੈਡੀਕਲ ਸਾਇੰਸ ਦੀ, ਵੀ ਗੋਡੇ ਦੁਖਦੇ ਤਾਂ ਗੋਡੇ ਦਾ ਇਲਾਜ ਕਰਨਾ, ਜੇ ਤੁਹਾਡਾ ਸ਼ੂਗਰ ਦਾ ਸ਼ੂਗਰ ਦਾ ਇਲਾਜ ਕਰਨਾ, BP ਦਾ BP ਦਾ, ਇਹ ਅਪਰੋਚ ਹੀ ਆਊਟਡੇਟਡ ਹੋ ਚੁੱਕੀ ਹੈ। ਡਾਕਟਰਾਂ ਨੂੰ ਵੀ ਮਨਾ ਕਰਤਾ, ਡਾਕਟਰਾਂ ਦੇ ਉੱਤੇ ਵੀ ਬੈਨ ਲਾਤਾ ਵੀ ਜੇ ਤੁਸੀਂ ਹਾਰਟ ਦੇ ਸਪੈਸ਼ਲਿਸਟ ਹੋ ਤਾਂ ਤੁਸੀਂ ਕਿਸੇ ਹੋਰ ਰੋਗ ਦਾ ਇਲਾਜ ਹੀ ਨਹੀਂ ਕਰ ਸਕਦੇ। ਹਾਂ ਬਿਲਕੁਲ ਬੈਨ ਕਰਤਾ, ਜਾਂ ਪ੍ਰੈਕਟੀਕਲੀ ਲੋਕਾਂ 'ਚ ਇਹੋ ਜਿਹਾ ਇੱਕ ਝੂਠ ਫੈਲਾਤਾ ਕਿ ਤੁਹਾਡਾ ਇਲਾਜ ਸਿਰਫ ਸਪੈਸ਼ਲਿਸਟ ਹੀ ਕਰ ਸਕਦਾ, ਜਦੋਂ ਕਿ ਇਹ ਤਾਂ ਬਿਲਕੁਲ ਉਲਟਾ ਹੈ। ਜਿੰਨੇ ਸਪੈਸ਼ਲਿਸਟ ਇਲਾਜ ਕਰਦੇ ਆ ਉਹ ਉਹਨਾਂ ਦੀ ਸੌੜੀ ਸੋਚ ਹੈ ਇਲਾਜ ਕਰਨ ਦੀ ਕਿ ਸਿਰਫ ਆਪਣਾ ਦੇਖ ਲੈਂਦੇ ਆ, ਬਾਕੀ ਦਾ ਇਗਨੋਰ ਕਰ ਦਿੰਦੇ ਆ। ਉਹਦੀ ਮੈਂ ਤਾਂ ਰੋਜ਼ ਉਦਾਹਰਨਾਂ ਫੇਸ ਕਰਦੇ ਨਾ, ਵੀ ਜਦੋਂ ਤੁਸੀਂ ENT ਵਾਲੇ ਕੋਲ ਜਾਓਗੇ ਤੇ ਖੰਘ ਦਾ ਮਰੀਜ਼ ਹੈ, ਖੰਘ ਦੇ ਮਰੀਜ਼ ਹੁਣ ਛਾਤੀ ਕਰਕੇ ਵੀ ਹੋ ਸਕਦਾ ਅਤੇ ਗਲੇ ਕਰਕੇ ਵੀ ਹੋ ਸਕਦਾ। ਤੁਸੀਂ ਕਿਸੇ ENT ਵਾਲੇ ਸਪੈਸ਼ਲਿਸਟ ਕੋਲ ਸਟੈਥੋਸਕੋਪ ਨਹੀਂ ਦੇਖੋਗੇ। ਜੇ ਬੰਦਾ ਕਹੋ ਮੈਨੂੰ ਖੰਘ ਹੈ ਤਾਂ ਗਲਾ ਦੇਖੂਗਾ, ਗਲੇ ਦਾ ਇਲਾਜ ਦੇ ਕੇ ਤੋੜ ਦੂਗਾ, ਛਾਤੀ ਨਹੀਂ ਦੇਖੂਗਾ ਉਹਦੀ। ਅਤੇ ਜੇ ਤੁਸੀਂ ਛਾਤੀ ਵਾਲਾ ਮੈਡੀਸਨ ਵਾਲੇ ਕੋਲ ਜਾਓਗੇ ਤਾਂ ਗਲੇ ਕਰਕੇ ਵੀ ਖਾਂਸੀ ਹੋ ਸਕਦੀ ਹੈ, ਉਹ ਕੋਈ ਸਟੈਥੋਸਕੋਪ ਹੋਊਗਾ, ਉਹਨੂੰ ਕੋਈ ENT ਦੀ ਟਾਰਚ ਨਹੀਂ ਹੋਊਗੀ, ਕੰਨਾਂ ਵਾਲਾ ਕੰਨਾਂ ਸਿਸਟਮ ਨਹੀਂ ਹੋਏਗਾ। ਤਾਂ ਜਿਹੜਾ ਇਹ ਸਾਇੰਟੀਫਿਕਲੀ, ਇਹ ਮੈਂ ਨਹੀਂ ਕਹਿ ਰਿਹਾ, ਮੈਡੀਕਲ ਸਾਇੰਸ ਖੁਦ ਕਹਿੰਦੀ ਹੈ ਕਿ ਦਿਸ ਇਜ਼ ਅ ਰੋਂਗ ਅਪਰੋਚ। ਕਿਸੇ ਵੀ ਮਰੀਜ਼ ਨੂੰ ਸਪੈਸ਼ਲਿਸਟ ਕੋਲ ਨਹੀਂ ਜਾਣਾ ਚਾਹੀਦਾ ਸਿੱਧਾ, ਉਹਨੂੰ ਫੈਮਿਲੀ ਫਿਜ਼ੀਸ਼ੀਅਨ ਕੋਲ, ਆਪਣੇ ਫੈਮਿਲੀ ਡਾਕਟਰ ਕੋਲ ਜਾਵੇ, ਫੈਮਿਲੀ ਡਾਕਟਰ ਨੂੰ ਭੇਜੇ ਵੀ ਤੂੰ ਜਾ ਸਪੈਸ਼ਲਿਸਟ ਕੋਲੇ ਫਲਾਣੇ ਕੋਲੇ, ਮੈਨੂੰ ਉਹਦੀ ਮਦਦ ਦੀ ਲੋੜ ਹੈ, ਤੂੰ ਫਿਰ ਵਾਪਸ ਮੇਰੇ ਕੋਲ ਆਈ, ਫਿਰ ਮੈਂ ਤੈਨੂੰ ਦੱਸੂਗਾ ਦਵਾਈ ਕਿਹੜੀ ਖਾਣੀ ਹੈ। ਹੋ ਸਕਦਾ ਉਹਨੂੰ ਤਿੰਨ ਸਪੈਸ਼ਲਿਸਟਾਂ ਕੋਲ ਭੇਜਿਆ ਹੋਵੇ, ਤਿੰਨ ਸਪੈਸ਼ਲਿਸਟ ਨੇ ਆਪਣੀ ਦਵਾਈ ਲਿਖ ਕੇ ਭੇਜਤੀ, ਹੁਣ ਮਰੀਜ਼ ਕਿਵੇਂ ਡਿਸਾਈਡ ਕਰੇਗਾ ਮੈਂ ਕਿਵੇਂ ਖਾਣੀ ਹੈ? ਨਵੇਂ ਸਾਲਟ ਇੱਕੋ ਦੇ ਦੇਵੇ। ਹਾਂ, ਉਹ ਫਿਰ ਫੈਮਿਲੀ ਫਿਜ਼ੀਸ਼ੀਅਨ ਡਿਸਾਈਡ ਕਰੇਗਾ ਕਿ ਇਹ ਮੇਰੀ ਕਹਿਣ ਦੀ ਗੱਲ ਥੋੜ੍ਹਾ ਹੈ, ਇਹ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਫੈਮਿਲੀ ਫਿਜ਼ੀਸ਼ੀਅਨ ਤੋਂ ਬਿਨਾਂ ਦਵਾਈ ਨਹੀਂ ਖਾਣੀ ਚਾਹੀਦੀ। ਫੈਮਿਲੀ ਫਿਜ਼ੀਸ਼ੀਅਨ ਦੀ ਪੜ੍ਹਾਈ ਵੱਖਰੀ ਹੁੰਦੀ ਹੈ ਇੱਕ ਚੀਜ਼ ਦੀ। ਫੈਮਿਲੀ ਫਿਜ਼ੀਸ਼ੀਅਨ ਦੀ MD ਬਾਕੀ ਸਾਰੇ ਮੁਲਕਾਂ 'ਚ ਹੈਗੀ ਆ, ਇੱਥੇ ਵੀ ਸ਼ੁਰੂ ਹੋ ਰਹੀ ਹੌਲੀ ਹੌਲੀ, ਪਰ MBBS ਕਾਹਦੇ ਵਾਸਤੇ ਹੈ? BMS ਕਾਹਦੇ ਵਾਸਤੇ ਹੈ? ਸੋ ਫੈਮਿਲੀ ਫਿਜ਼ੀਸ਼ੀਅਨ ਤਾਂ BMS ਤੇ MBBS ਵੀ ਹੋ ਸਕਦਾ ਨਾ, ਜਾਂ ਹੋਮੋਪੈਥੀ ਵਾਲਾ ਡਾਕਟਰ ਵੀ ਹੋ ਸਕਦਾ ਫੈਮਿਲੀ ਫਿਜ਼ੀਸ਼ੀਅਨ। ਫੈਮਿਲੀ ਫਿਜ਼ੀਸ਼ੀਅਨ ਨੂੰ ਵੇਖ ਕਰੇਗਾ ਕਿ ਡਾਕਟਰ ਨੇ ਜੋ ਕੁਝ ਲਿਖਿਆ ਦੀ ਲੋੜ ਵੀ ਹੈ ਕਿ ਨਹੀਂ ਹੈ। ਹੁਣ ਸਾਡੇ ਵਰਗੇ ਕੋਲ ਆਉਂਦਾ, ਅਸੀਂ ਕਹਿੰਦੇ ਦਵਾਈਆਂ ਦੀ ਲੋੜ ਹੀ ਨਹੀਂ ਹੈ, ਤੁਹਾਨੂੰ ਆ ਘਰੇਲੂ ਟੋਟਕੇ ਦੋ ਕਰ ਲਿਓ, ਉਹਦੇ ਨਾਲ ਮਰੀਜ਼ ਠੀਕ ਹੋ ਜਾਂਦਾ। ਹੋਲਿਸਟਿਕ ਦਾ ਮਤਲਬ ਇਹ ਹੈ, ਅਸੀਂ ਹੀਲਰ ਹਾਂ, ਅਸੀਂ ਮਰੀਜ਼ ਠੀਕ ਕਰਨਾ ਹੈ। ਅਸੀਂ ਪੈਥੀਆਂ 'ਚ ਜਾਂ ਦਵਾਈਆਂ ਦੇ ਕੋਈ ਸੇਲਜ਼ਮੈਨ ਥੋੜ੍ਹਾ ਵਾ। ਅਸੀਂ ਦੇਖਣਾ ਕਿ ਮੇਰਾ ਮਰੀਜ਼ ਅਗਰ ਗਰਾਰੇ ਕਰਕੇ ਠੀਕ ਹੋ ਸਕਦਾ ਹੈ ਤਾਂ ਮੈਂ ਮਰੀਜ਼ ਨੂੰ ਕਿਉਂ ਕਹਾਂ ਤੂੰ ਐਂਟੀਬਾਇਓਟਿਕ ਖਾ? ਮੈਨੂੰ ਪਤਾ ਕਿ ਐਂਟੀਬਾਇਓਟਿਕ ਨੂੰ ਨੁਕਸਾਨ ਕਰਨਗੇ। ਜੇ ਮੈਨੂੰ ਲੱਗੂਗਾ ਪੇਸ਼ੈਂਟ ਨੂੰ ਕੋਈ ਲਾਈਫ ਥ੍ਰੈਟਨਿੰਗ ਗੱਲ ਹੈ, ਉਹਦੀ ਜਾਨ ਨੂੰ ਕੋਈ ਖਤਰਾ ਹੈ, ਫਿਰ ਮੈਂ ਕਹੂੰਗਾ ਵੀ ਹਾਂ ਤੂੰ ਖਾ ਲੈ ਐਂਟੀਬਾਇਓਟਿਕ। ਪਰ ਉਹ ਫੈਮਿਲੀ ਫਿਜ਼ੀਸ਼ੀਅਨ ਜਿਹੜਾ ਉਹਦਾ ਪਰਸਨਲ ਫਿਜ਼ੀਸ਼ੀਅਨ ਹੈ, ਉਹ ਸਾਡੇ ਹਿੰਦੁਸਤਾਨ 'ਚ ਕੋਈ ਨਾ ਤੂੰ ਪਰਸਨਲ ਫਿਜ਼ੀਸ਼ੀਅਨ ਹੈ, ਕੋਈ ਸਿੱਧਾ ਬੰਦਾ ਸਪੈਸ਼ਲਿਸਟ ਵੀ ਨਹੀਂ, ਸੁਪਰ ਸਪੈਸ਼ਲਿਸਟ ਕੋਲ ਜਾਂਦਾ ਹੈ। ਮਾੜੀ ਜਿਹੀ ਬੰਦੇ ਨੂੰ ਪ੍ਰੋਬਲਮ ਨਿਊਰੋਲੋਜੀ ਕੋਲੇ, ਕਾਰਡੀਓਲੋਜੀ ਕੋਲੇ, ਇਹ ਕਿੱਦਾਂ ਦੀ ਅਪਰੋਚ ਹੈ? ਟੋਟਲੀ ਅਨਸਾਇੰਟਿਫਿਕ ਅਪਰੋਚ ਹੈ, ਡਿਜ਼ੀਜ਼ ਸੈਂਟਰਿਕ। ਜਦੋਂ ਕਿ ਸਾਇੰਸ ਕਹਿ ਰਹੀ ਹੈ ਕਿ ਡਿਜ਼ੀਜ਼ ਸੈਂਟਰਿਕ ਅਪਰੋਚ ਦਾ ਐਰਾ ਖਤਮ ਹੋ ਚੁੱਕਿਆ। ਨਾਓ ਇਟਸ ਅ ਨਿਊ ਐਰਾ ਜਿੱਥੇ ਕਿ ਅਸੀਂ ਬਾਡੀ ਨੂੰ ਐਜ਼ ਏ ਹੋਲ ਹੀਲ ਕਰਨਾ। ਬਾਡੀ ਬਿਮਾਰ ਹੈ, ਆਪਾਂ ਕਾਰਨ ਲੱਭ ਲਏ ਕਿ ਜਾਂ ਤਾਂ ਉਹਦੀ ਹਵਾ 'ਚ ਨੁਕਸ ਹੈ, ਜਾਂ ਪਾਣੀ 'ਚ ਨੁਕਸ ਹੈ, ਜਾਂ ਭੋਜਨ 'ਚ ਨੁਕਸ ਹੈ, ਫਿਰ ਉਹਦੇ ਲਾਈਫ ਸਟਾਈਲ 'ਚ ਨੁਕਸ ਹੋ ਸਕਦਾ ਬੰਦਾ ਸਾਰਾ ਦਿਨ ਬੈਠਾ ਹੀ ਰਹਿੰਦਾ, ਹਿਲਾਉਂਦਾ ਨਹੀਂ ਸਰੀਰ ਨੂੰ। ਹੋ ਸਕਦਾ ਉਹਦੇ ਆਲੇ ਦੁਆਲੇ ਦੁਆ ਪੌਦੇ ਪਏ ਆ, ਉਹ ਦੁਆ ਪੌਦਿਆਂ ਦੀ ਵਰਤੋਂ ਬਿਲਕੁਲ ਨਹੀਂ ਕਰ ਰਿਹਾ, ਉਹਨੂੰ ਦੁਆ ਪੌਦਿਆਂ ਦੀ ਵਰਤੋਂ ਸਿਖਾਉਣੀ ਹੈ ਵੀ ਤੇਰੇ ਦੁਆਲੇ ਦੁਆਲੇ ਆਹ 10 ਪੌਦੇ ਪਏ ਆ, ਤੇਰੇ ਤਾਂ 2 ਪੌਦੇ ਤੂੰ ਵਰਤੇ ਤਾਂ ਇਹਦੇ ਨਾਲ ਠੀਕ ਹੋ ਜਾਏਗਾ। ਤੂੰ ਅੱਗੋਂ ਕਰੋ। ਅੱਜ ਜਿਹੜੀ ਫੈਲੀ ਐਪੀਡੈਮਿਕ ਹੈ, ਇਹਦੇ 'ਚ ਅਸੀਂ ਦੇਖਿਆ ਵੀ ਜਿਹੜੇ ਕਾੜੇ ਨੇ ਉਹ ਕਿਤੇ ਜ਼ਿਆਦਾ ਇਫੈਕਟਿਵ ਨੇ ਦੂਜੇ ਇਲਾਜਾਂ ਨਾਲੋਂ। ਔਰ ਇਹ ਅੱਜ ਦੇ ਨਹੀਂ ਕਹਿ ਰਿਹਾ, ਆਯੁਰਵੇਦ ਕਹਿੰਦਾ ਸੀਗਾ ਦੁਸ਼ਾਂਦਾ ਮੈਂ ਬਚਪਨ 'ਚ ਜ਼ੁਕਾਮ 'ਚ ਪੀਂਦਾ ਰਿਹਾ, ਅੱਜ ਤੋਂ 60 ਸਾਲ 50 ਸਾਲ ਪੁਰਾਣੀ ਗੱਲ ਹੈ। ਉਹ ਦੁਸ਼ਾਂਦਾ ਉਦੋਂ ਵੀ ਹੁੰਦਾ ਸੀਗਾ, ਨਿੱਕੇ ਪੈਕਟ ਹੁੰਦੇ ਸੀਗੇ, ਉਹ ਪਤਾ ਨਹੀਂ 98 ਦਾ ਕਿ 54 ਦਾ ਆਉਂਦਾ ਹੁੰਦਾ ਸੀਗਾ, ਅਤੇ ਉਹ ਅਸੀਂ ਕਾੜਾ ਬਣਾ ਕੇ ਪੀਂਦੇ ਸੀਗੇ। ਮਾਂ ਸਾਡੀ ਭੇਜਦੀ ਸੀ ਵੀ ਜਦ ਦੁਸ਼ਾਂਦਾ ਫੜ ਲਿਆ ਹੱਟੀ ਤੋਂ ਦੁਸ਼ਾਂਦਾ ਲਿਆ, ਦੁਸ਼ਾਂਦੇ ਤੱਕ ਪੀਂਦੇ ਸੀ। ਦੁਸ਼ਾਂਦੇ ਨਾਲ ਪਸੀਨਾ ਆਉਂਦਾ ਸੀ ਇੱਕਦਮ, ਅਤੇ ਠੀਕ ਹੋ ਜਾਂਦਾ ਸੀ 2 ਦਿਨਾਂ 3 ਦਿਨਾਂ 'ਚ। ਤਾਂ ਉਹ ਵੀ ਨੌਲੇਜ ਦੇਣ ਦੀ ਲੋੜ ਹੈ ਮਰੀਜ਼ ਨੂੰ, ਕਿਉਂਕਿ ਮਰੀਜ਼ ਜਿਹੜੇ ਹੁਣ ਕਿਉਂਕਿ ਹੜ੍ਹ ਇੰਨਾ ਆ ਗਿਆ ਦਵਾਈਆਂ ਦਾ ਅਤੇ ਉਹਦਾ, ਉਹ ਫਿਰ ਅਸੀਂ ਭੁੱਲ ਗਏ। ਪੁਰਾਣੀਆਂ ਬਜ਼ੁਰਗ ਮਤਾਵਾਂ ਬਹੁਤ ਘੱਟ ਗਈਆਂ ਹੁਣ, ਅਤੇ ਹੁਣ ਉਹ ਵੀ ਦਵਾਈਆਂ ਦਾ ਹਨੇਰੀ ਚੱਲੀ ਹੋਈ ਹੈ ਸਾਰੀ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਡਿਜ਼ੀਜ਼ ਸੈਂਟਰਿਕ ਅਪਰੋਚ ਹੈ, ਇੱਥੋਂ ਨਿਕਲਣ ਦੀ ਲੋੜ ਹੈ। ਤਾਂ ਹੀ
ਅਸੀਂ ਇੱਕ ਸਿਹਤਮੰਦ ਸਰੀਰ ਲੈ ਸਕਦੇ ਹਾਂ। ਜੇ ਅਸੀਂ ਡਿਜ਼ੀਜ਼ ਸੈਂਟਰ ਅਪਰੋਚ ਨਾਲ ਚੱਲਾਂਗੇ ਤਾਂ 8000 ਬਿਮਾਰੀਆਂ ਕਿਸੇ ਨੂੰ ਸਮਝ ਨਹੀਂ ਆ ਸਕਦੀਆਂ, ਨਾ ਤੁਹਾਨੂੰ ਸਮਝ ਆ ਸਕਦੀਆਂ। ਤੁਸੀਂ ਫਿਰ ਡਾਕਟਰਾਂ 'ਤੇ ਨਿਰਭਰ ਕਰੋਗੇ, ਡਾਕਟਰ ਤਾਂ ਫਿਰ ਇਹੀ ਕੁਝ ਕਰਨਗੇ ਜੋ ਕਰ ਰਹੇ ਆ। ਇਸ ਕਰਕੇ ਜੇ ਆਪਣੇ ਡਾਕਟਰ ਆਪ ਬਣਨਾ, ਅਸੀਂ ਅੱਜ ਸਲੋਗਨ ਦੇ ਰਹੇ ਹਾਂ, ਅਸੀਂ ਸਲੋਗਨ ਜਿਹੜੇ ਅਸੀਂ ਲਾਈਕ ਮਾਈਂਡਡ ਲੋਕ ਹਾਂ, ਜਿਨ੍ਹਾਂ ਦੀ ਗਿਣਤੀ ਪੂਰੀ ਦੁਨੀਆ 'ਚ ਸੈਂਕੜਿਆਂ 'ਚ ਹੈ, ਕੋਈ ਥੋੜ੍ਹੇ ਨਹੀਂ ਹੈਗੇ, ਲੇਕਿਨ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੁਣ ਕਿ ਆਪਣੇ ਡਾਕਟਰ ਆਪ ਬਣੋ। ਪਹਿਲੀ ਗੱਲ, ਜੇ ਤੁਸੀਂ ਆਪਣਾ ਗਿਆਨ ਜੇ ਤੁਸੀਂ ਕਿਸੇ 'ਤੇ ਨਿਰਭਰ ਕਰਕੇ ਅੱਖਾਂ ਬੰਦ ਕਰਕੇ, ਤਾਂ ਧੋਖਾ ਹੋਏਗਾ ਤੁਹਾਡੇ ਨਾਲ। ਸੋ ਜੇ ਤੁਸੀਂ ਧੋਖੇ ਤੋਂ ਬਚਣਾ ਹੈ, ਜੇ ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖਣਾ ਹੈ, ਤਾਂ ਪਹਿਲਾਂ ਤਾਂ ਆਪਣੇ ਡਾਕਟਰ ਆਪ ਬਣੋ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕਿੱਥੇ ਕਿਸੇ ਪੈਥੀ ਦੀ ਲੋੜ ਹੈ। ਜੇ ਨਹੀਂ ਪਤਾ ਤਾਂ ਆਪਣੇ ਸਮਾਜ 'ਚ ਉੱਦਾਂ ਦੀ ਵੀ ਡਿਫੈਂਸ ਕ੍ਰੀਏਟ ਕਰਨ ਦੀ ਲੋੜ ਹੈ ਕਿ ਥੋੜ੍ਹੇ ਬਹੁਤੇ ਜਿਹੜੇ ਜ਼ਿਆਦਾ ਸੂਝਵਾਨ ਬੰਦੇ ਨੇ, ਅਸੀਂ ਉਹ ਡਿਫਾਈਨ ਕਰਕੇ ਰੱਖੀਏ ਵੀ ਆਹ ਮੇਰੇ ਪਿੰਡ ਦੇ ਅੰਦਰ ਆਹ 5 ਬੰਦੇ ਜ਼ਿਆਦਾ ਸਿਆਣੇ ਨੇ ਮੇਰੇ ਨਾਲੋਂ। ਅਸੀਂ ਜਦੋਂ ਵੀ ਬਿਮਾਰ ਹੋਈਏ ਤਾਂ ਉਹਨਾਂ ਕੋਲ ਜਾਈਏ ਵੀ ਆਪਾਂ ਨੂੰ ਕਿਸੇ ਡਾਕਟਰ ਦੀ ਹੈਲਪ ਦੀ ਲੋੜ ਹੈ ਕਿ ਆਪਾਂ ਇੱਥੇ ਸਰ ਜੂਗਾ, ਤਾਂ ਉਹ ਵੀ ਦੱਸ ਦੇਣਗੇ ਵੀ ਨਹੀਂ, ਆਪਾਂ ਨੂੰ ਤਾਂ ਆਹ 2 ਕਾੜੇ ਪੀਓ ਤਾਂ ਸਰ ਜੂਗਾ ਇਹਦੇ ਨਾਲ। ਤਾਂ ਕਿਤੇ ਨਾ ਕਿਤੇ ਜਿਹੜੀਆਂ ਉਹ ਐਲੋਪੈਥਿਕ ਦਵਾਈਆਂ ਸਟਰੋਂਗ ਖਾਣ ਦਾ ਵਰਤਾਰਾ ਹੈ, ਜਿਨ੍ਹਾਂ ਬਾਰੇ ਕਿ ਲਗਾਤਾਰ ਸਾਇੰਸ ਪ੍ਰੂਵ ਕਰ ਰਹੀ ਹੈ ਕਿ ਇਹਨਾਂ ਦਾ ਖਾਣਾ ਖਤਰਨਾਕ ਵਰਤਾਰਾ ਹੈ, ਚਾਹੇ ਉਹ ਸ਼ੂਗਰ ਹੈ, ਚਾਹੇ BP ਹੈ, ਚਾਹੇ ਹਾਰਟ ਦੀ ਪ੍ਰੋਬਲਮ ਹੈ, ਚਾਹੇ ਪੇਨ ਕਿਲਰ ਨੇ, ਚਾਹੇ ਸਕੈਟਰੀ ਵਾਲੀਆਂ ਦਵਾਈਆਂ ਨੇ। ਸਕੈਟਰੀ ਵਾਲੀਆਂ ਦਵਾਈਆਂ ਤਾਂ ਬਹੁਤ ਹੀ ਖਤਰਨਾਕ ਦਵਾਈਆਂ ਪਾ ਰਹੇ ਨੇ ਡਾਕਟਰ ਨੇ। ਤਾਂ ਇਹ ਕਿਤੇ ਨਾ ਕਿਤੇ ਵਰਤਾਰਾ ਡਰੱਗ ਸੈਂਟਰਿਕ ਅਤੇ ਡਿਜ਼ੀਜ਼ ਸੈਂਟਰਿਕ ਹੈ। ਇੱਥੋਂ ਹਟ ਕੇ ਹੀਲਿੰਗ ਤੇ ਪੂਰੀ ਦੀ ਪੂਰੀ ਬਾਡੀ ਨੂੰ ਕਿਵੇਂ ਹੀਲ ਕਰਨਾ, ਇਹਦੇ ਉੱਪਰ ਹੁਣ ਆ ਰਿਹਾ। ਆਉਣ ਵਾਲਾ ਸਮਾਂ ਇਹਦਾ, ਅਤੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਅਗਲੇ 20 ਸਾਲਾਂ 'ਚ ਪੂਰੇ ਦਾ ਪੂਰਾ ਸੀਨ ਬਦਲਣ ਜਾ ਰਿਹਾ ਮੈਡੀਕਲ ਪ੍ਰੋਫੈਸ਼ਨ ਦਾ। ਔਰ ਜਿਹੜੀ ਹੀਲਿੰਗ ਵਾਲਾ ਪਾਰਟ ਹੈ ਅਤੇ ਹੀਲਰ ਜਿਹੜੇ ਨੇ ਉਹ ਲਗਾਤਾਰ ਵਧਣਗੇ। ਉਹਦੇ ਅੰਦਰ ਬਹੁਤ ਸਾਰੇ ਲੋਕ ਉਹ ਵੀ ਹੋਣਗੇ ਜਿਹੜੇ ਕਿ ਫਾਰਮਲੀ ਕੋਈ ਡਾਕਟਰੀ ਦੀ ਪੜ੍ਹਾਈ ਨਹੀਂ ਕੀਤੀ ਉਹਨਾਂ ਨੇ, ਲੇਕਿਨ ਬਹੁਤ ਵਧੀਆ ਹੀਲਰ ਬਣ ਸਕਦੇ ਆ। ਅਤੇ ਇਸੇ ਤਰ੍ਹਾਂ ਦੇ ਬਾਕੀ ਪੈਥੀਆਂ ਦੇ ਡਾਕਟਰ ਨੇ, ਉਹ ਵੀ ਅਗਰ ਥੋੜ੍ਹਾ ਨੌਲੇਜ ਹੋਰ ਰੱਖਣਗੇ ਤਾਂ ਬਹੁਤ ਵਧੀਆ ਹੀਲਰ ਹੋ ਸਕਦੇ ਹੋ। ਜਿਹੜੇ ਮਾਡਰਨ ਮੈਡੀਕਲ ਸਿਸਟਮ ਦੇ ਡਾਕਟਰ ਨੇ, ਜਿਹੜੇ ਸੁਲਝੇ ਹੋਏ ਆ, ਜਿਹੜੇ ਲੋਕ ਪੱਖੀ ਹੋਣਗੇ, ਜਿਹੜੇ ਦਰਦ ਰੱਖਦੇ ਹੋਣਗੇ ਮਨੁੱਖਤਾ ਦਾ, ਉਹ ਵੀ ਇਸ ਹੀਲਿੰਗ ਵਾਲੇ ਪਾਰਟ ਨੂੰ ਜ਼ਰੂਰ ਸਿੱਖਣਗੇ। ਉਹ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਅਸੀਂ ਜਿਸ ਯੁੱਗ 'ਚ ਐਂਟਰ ਕਰ ਰਹੇ ਹਾਂ, ਉਹ ਯੁੱਗ ਬਿਲਕੁਲ ਵੱਖਰੀ ਕਿਸਮ ਦਾ ਹੋਏਗਾ। ਆਪਾਂ ਗੱਲ ਫਿਰ ਉੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਕਿ ਸਮਾਂ ਸੀਗਾ ਕਿ ਆਪਾਂ ਬਿਮਾਰੀਆਂ ਤਾਂ ਘੱਟ ਸੀਗੀਆਂ ਅਤੇ ਇਹ ਸੋਚਿਆ ਸੀਗਾ ਕਿ ਡਾਕਟਰ ਹੋਰ ਵਧਾਵਾਂਗੇ ਅਤੇ ਬਿਮਾਰੀਆਂ ਜਿਹੜੀਆਂ ਰਹਿੰਦੀਆਂ ਖੁੰਦੀਆਂ ਹੋਣਗੀਆਂ ਉਹ ਵੀ ਖਤਮ ਹੋ ਜਾਣਗੀਆਂ। ਲੇਕਿਨ ਬਿਮਾਰੀਆਂ ਡਾਕਟਰ ਵਧੇ ਤਾਂ ਬਿਮਾਰੀਆਂ ਵੀ ਵਧੀਆਂ। ਹੁਣ ਬਿਮਾਰੀਆਂ ਵੱਧ ਗਈਆਂ, ਡਾਕਟਰ ਵੀ ਵੱਧ ਰਹੇ ਨੇ, ਅਤੇ ਲੋੜ ਹੈ ਕਿ ਹੁਣ ਤੁਸੀਂ ਅੰਤ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਕਿ ਆਪਣਾ ਡਾਕਟਰ ਆਪ ਬਣਨ ਦੀ। ਹੁਣ ਦਾ ਮਤਲਬ ਇਹ ਹੋਏਗਾ ਕਿ ਲੋਕਾਂ ਨੂੰ ਆਪ ਐਜੂਕੇਟ ਹੋਣਾ ਪਏਗਾ ਆਪਣੀ ਬੋਡੀ ਦੇ ਪ੍ਰਤੀ, ਵੀ ਕਿੱਥੇ ਜੇ ਖਰਾਬੀ ਹੋਵੇ ਤਾਂ ਕਿਹੜਾ ਰੋਗ ਹੋ ਸਕਦਾ ਉਹਦੇ ਲਈ। ਅਤੇ ਇਹਦੇ ਲਈ ਫਿਰ ਉਹਨਾਂ ਨੂੰ ਕਿਹੜਾ ਬੰਦਾ ਹੋਏਗਾ, ਕੌਣ ਹੋਣਗੇ ਜਿਹਦੇ ਤੋਂ ਐਜੂਕੇਸ਼ਨ ਲੈਣ ਦੀ ਲੋੜ ਹੋਏਗੀ? ਦੇਖੋ, ਆਪਣਾ ਡਾਕਟਰ ਆਪ ਬਣਨ ਦਾ ਮਤਲਬ ਹੈ, ਇਹ ਨਹੀਂ ਮਤਲਬ ਇਹਦਾ ਕਿ ਤੁਸੀਂ ਹਰ ਬੰਦੇ 'ਤੇ ਸ਼ੱਕ ਕਰੀ ਜਾਓ। ਤੁਸੀਂ ਪਹਿਲੀ ਕੁਛ ਨੌਲੇਜ ਆਪ ਰੱਖੋਗੇ ਕਿ ਮੈਂ ਜਾਂ ਮੇਰੀ ਫੈਮਿਲੀ ਬਾਰੇ ਮੈਂ ਕਿੱਦਾਂ ਦਾ ਨੌਲੇਜ ਮੇਰੇ ਕੋਲ ਹੋਣਾ ਚਾਹੀਦਾ ਆਮ ਜਿਹੀਆਂ ਬਿਮਾਰੀਆਂ ਪ੍ਰਤੀ। ਉਹ ਨੌਲੇਜ ਕਿੱਥੋਂ ਲਵੇ? ਉਹ ਨੌਲੇਜ ਬਹੁਤ ਥਾਵਾਂ 'ਤੇ ਅਵੇਲੇਬਲ ਹੈਗਾ, ਨੈੱਟ 'ਤੇ ਵੀ ਅਵੇਲੇਬਲ ਹੈਗਾ, ਤੁਹਾਡੇ ਆਲੇ ਦੁਆਲੇ ਸਮਾਜ 'ਚ ਵੀ ਹੈਗਾ। ਪੁਰਾਣੇ ਬਜ਼ੁਰਗ ਬੈਠੇ ਸਾਡੇ, ਤੁਹਾਡੇ ਕੋਲ ਹੋਮੋਪੈਥੀ ਡਾਕਟਰ ਬੈਠੇ ਆ, ਆਯੁਰਵੈਦਿਕ ਵਾਲੇ ਡਾਕਟਰ ਬੈਠੇ ਆ। ਬਹੁਤ ਚਰਨਿੰਗ ਪ੍ਰੋਸੈਸ ਆਲਰੇਡੀ ਚੱਲ ਰਿਹਾ, ਉਹਦੀ ਪੂਰੀ ਮਧਾਣੀ ਪਈ ਹੋਈ ਆ ਆਲਰੇਡੀ। ਉਹ ਮਧਾਣੀ ਦੇ ਵਿੱਚ ਜਿੰਨੀਆਂ ਗੱਲਾਂ ਤੁਹਾਨੂੰ ਸਮਝ ਆਉਂਦੀਆਂ ਸਮਝੋ, ਜਿੰਨੀਆਂ ਤੁਹਾਨੂੰ ਸਮਝ ਨਹੀਂ ਆਉਂਦੀਆਂ ਉੱਥੇ ਗਰੁੱਪ ਬਣਾਓ, ਛੋਟੇ ਗਰੁੱਪ ਬਣਾਓ ਦੋਸਤਾਂ ਦੇ। ਵਟਸਐਪ ਗਰੁੱਪ ਨੇ ਦੋਸਤਾਂ ਦੇ, ਜਿਸ ਵੀ ਢੰਗ ਨਾਲ ਤੁਸੀਂ ਗਰੁੱਪ ਬਣਾ ਸਕਦੇ ਕਰੋ। ਉਹਦੇ ਉੱਪਰ ਬਹਿਸ ਕਰੋ, ਸੈਮੀਨਾਰ ਕਰੋ, ਸੰਵਾਦ ਕਰੋ। ਸਿਹਤ ਦਾ ਮੁੱਦਾ ਬੜਾ ਕੇਂਦਰੀ ਮੁੱਦਾ ਹੈ, ਕਿਉਂਕਿ ਸਿਹਤ ਸਭ ਤੋਂ ਜ਼ਰੂਰੀ ਹੈ। ਸਿਹਤ ਅਗਰ ਹੈ ਤਾਂ ਬਾਕੀ ਸਭ ਕੁਛ ਹੈ, ਅਗਰ ਸਿਹਤ ਨਹੀਂ ਹੈ ਤਾਂ ਕੁਛ ਵੀ ਨਹੀਂ ਬਾਕੀ। ਠੀਕ ਹੈ, ਸਿਹਤ ਇੱਕ ਕੇਂਦਰੀ ਮੁੱਦਾ ਹੈ ਮਨੁੱਖ ਵਾਸਤੇ ਕਿ ਸਿਹਤਮੰਦ ਰਹਿਣਾ ਪਹਿਲੀ ਗੱਲ ਜ਼ਰੂਰੀ ਹੈ। ਕੋਈ ਪੈਸਾ ਪੂਸਾ ਬਾਅਦ 'ਚ ਕੰਮ ਆਉਂਦਾ। ਜੇ ਪੈਸਾ ਜਿੰਨਾ ਮਰਜ਼ੀ ਤੁਹਾਡੇ ਕੋਲ ਹੋਵੇ, ਜੇ ਤੁਸੀਂ ਬੇਵਕੂਫ ਹੋ ਤਾਂ ਮਿੰਟਾਂ 'ਚ ਉੱਡ ਜਾਏਗਾ। ਤਾਂ ਹੀ ਤਾਂ ਕਹਿੰਦਾ ਵੀ ਆਪ ਮਰੇ ਜਦ ਕੋਈ ਪਰਲੋ ਹੋਇਆ, ਆਪ ਹੀ ਨਾ ਰਿਹਾ ਤਾਂ ਫਿਰ ਜੱਗ ਦਾ ਕੀ? ਬਿਲਕੁਲ। ਸੋ ਇਸ ਕਰਕੇ ਜਿਹੜੀ ਸਿਹਤ ਹੈ ਉਹਨੂੰ ਰੱਖਣ ਵਾਸਤੇ ਪਹਿਲੀ ਗੱਲ ਤਾਂ ਆਪ ਜਾਣਕਾਰ ਹੋ। ਆਪਣੇ ਆਲੇ ਦੁਆਲੇ ਦੇਖੋ ਵੀ ਹੋਰ ਕਿਹੜੇ ਬੰਦੇ ਇੱਦਾਂ ਦੇ ਕੰਮ ਕਰ ਰਹੇ ਆ, ਉਹਨਾਂ ਲਈ ਸਾਂਝਾ ਗਰੁੱਪ ਬਣਾਓ। ਸਾਂਝੇ ਗਰੁੱਪ 'ਚ ਦੇਖੋ ਵੀ ਕੋਈ ਤੁਹਾਡੇ ਡਾਕਟਰ ਸ਼ਾਮਲ ਹੋ ਸਕਦਾ, ਕੋਈ ਹੋਮੋਪੈਥੀ ਵਾਲਾ, ਕੋਈ ਆਯੁਰਵੈਦਿਕ ਵਾਲਾ, ਕੋਈ ਹਸਪਤਾਲ 'ਚ ਕੰਮ ਕਰਦਾ ਮੁਲਾਜ਼ਮ, ਕੋਈ ਹੋਰ ਜਿਹੜਾ ਤੁਹਾਨੂੰ ਥੋੜ੍ਹਾ ਜਿਹਾ ਵੱਧ ਨੌਲੇਜ ਦੇ ਸਕਦਾ ਹੋਵੇ, ਤਾਂ ਉਹਦੇ ਨਾਲ ਸਾਰੀਆਂ ਬਹਿਸਾਂ ਕਰੋ ਅਤੇ ਕੁਛ ਕਾਮਨ ਗੱਲਾਂ ਕੱਢ ਕੇ ਰੱਖੋ ਵੀ ਜੇ ਆਹ ਬਿਮਾਰੀ ਹੋਵੇ ਤਾਂ ਆਪਾਂ ਨੇ ਆਹ ਗੱਲਾਂ ਕਰਨੀਆਂ ਨੇ। ਪਹਿਲਾਂ ਆਪਾਂ ਘਰ 'ਚ ਖਾਣਾ ਇੱਦਾਂ ਬਦਲਣਾ ਹੈ। ਆਹ ਜਿਹੜੇ ਮੈਡੀਸਨਲ ਪਲਾਂਟ ਨੇ ਉਹ 5 ਚੀਜ਼ਾਂ ਹੋਈ 5 ਨੇ ਜਿਹੜੇ ਆਪਾਂ ਅਕਸਰ ਗੱਲ ਕਰਦੇ ਹਾਂ। 5 ਚੀਜ਼ਾਂ 'ਤੇ ਕੇਂਦਰਿਤ ਹੈ ਸਾਰੀ ਗੱਲ। ਪਹਿਲੀ ਗੱਲ ਭੋਜਨ, ਕਿੱਦਾਂ ਦਾ ਭੋਜਨ ਖਾਣਾ ਹੈ ਜਿਹੜਾ ਕਿ ਸਿਹਤਮੰਦ ਕਰਦਾ। ਨੰਬਰ 2 'ਤੇ ਮੈਡੀਸਨਲ ਪਲਾਂਟਸ, ਦਵਾ ਪੌਦੇ ਕਿਹੜੇ ਵਰਤਣੇ ਜਿਹੜੇ ਉਸ ਬਿਮਾਰੀ 'ਚ
ਰੈਲੇਵੈਂਟ ਨੇ। ਨੰਬਰ 3 ਤੇ ਫਿਜ਼ੀਕਲ ਐਕਸਰਸਾਈਜ਼ ਜਾਂ ਫਿਜ਼ੀਕਲ ਕੰਮ, ਕਿ ਕੰਮ ਕਰੋ ਦੱਬ ਕੇ, ਨਾਲੇ ਪੁੰਨ ਤੇ ਨਾਲੇ ਫਲੀਆਂ, ਨਾਲੇ ਵਰਜਿਸ਼, ਸਰੀਰ ਵਧੀਆ ਰਹੂਗਾ ਤੇ ਨਾਲੇ 4 ਪੈਸੇ ਆਉਣਗੇ। ਤੇ ਕੰਮ ਕਰੋ ਦਬਲ ਕੇ, ਸ਼ੌਕ ਨਾਲ, ਚਾਅ ਨਾਲ ਕੰਮ ਕਰੋ। ਵੀ ਚੱਲ ਬਈ ਟੋਕਾ ਗੇੜੀ ਹੈ, ਚੱਲ ਬਈ ਆਪਾਂ ਕੋਈ ਜੋ ਵੀ ਭਾਰੀ ਕੰਮ ਕਰਨਾ ਕਰੋ। ਨਹੀਂ ਭਾਰੀ ਕੰਮ ਹੈਗਾ ਤਾਂ ਫਿਰ ਵਰਜਿਸ਼ ਕਰੋ, ਗੇਮ ਖੇਡੋ, ਡਾਂਸ ਕਰੋ। ਜੋ ਕੁੜੀਆਂ ਨੇ ਉਹ ਜੰਪਿੰਗ ਕਰ ਲੈ, ਰੱਸੀ ਟੱਪ ਲੈਂਦੀਆਂ ਨੇ। ਮੁੰਡੇ ਤੁਸੀਂ ਪਹਿਲਾਂ ਵਿੱਚ ਸਾਈਕਲਿੰਗ ਕਰ ਲਓ। ਸਾਈਕਲ ਦਾ ਵਰਕਰ ਦਾ ਪਾਉਣਾ ਚਾਹੀਦਾ ਰਿਵਾਜ। ਉਹੀ ਦੱਬੀ ਪੂਰੀ ਫਿਰਦੇ ਕਾਰਾਂ ਨੂੰ ਤੇ ਮੋਟਰਸਾਈਕਲਾਂ ਨੂੰ। ਸਾਈਕਲ 'ਤੇ ਫਿਰੋ, ਨਾਲੇ ਪੈਟਰੋਲ ਡੀਜ਼ਲ ਬਚੂਗਾ, ਨਾਲੇ ਵਰਜਿਸ਼ ਹੋਊਗੀ। ਐਵੇਂ ਮਾਰੀ ਕਹਿ ਨਹੀਂ ਕਰਨੀ ਹੈ। ਜੋ ਕਾ ਫਿਜ਼ੀਕਲ ਕੰਮ ਹੋ ਗਿਆ। ਚੌਥਾ ਮਾਈਂਡ ਮੈਨੇਜਮੈਂਟ ਬਹੁਤ ਜ਼ਰੂਰੀ ਹੈ। ਮਾਈਂਡ ਮੈਨੇਜਮੈਂਟ ਨੂੰ ਹਾਲਾਂਕਿ ਚੌਥੇ ਨੰਬਰ 'ਤੇ ਰੱਖਿਆ, ਲੇਕਿਨ ਜੇ ਇਹਨੂੰ ਸਹੀ ਇਹਦੀ ਜਿਹੜੀ ਥਾਂ ਬਣਦੀ ਉਹ ਪਹਿਲੇ ਨੰਬਰ 'ਤੇ ਬਣਦੀ ਹੈ, ਕਿਉਂਕਿ ਮਾਈਂਡ ਮੈਨੇਜਮੈਂਟ ਬੜੇ ਹੱਦ ਜ਼ਰੂਰੀ ਹੈ। ਖੁਸ਼ ਰਹਿਣਾ, ਟੈਨਸ਼ਨ ਫਰੀ ਰਹਿਣਾ, ਕਿ ਕਿਸੇ ਵੀ ਹਤਾਸ਼ ਨਹੀਂ ਹੋਣਾ, ਧੰਦੀ ਕਲਾ 'ਚ ਨਹੀਂ ਜਾਣਾ। ਉਹ ਸਾਡੇ ਪੰਜਾਬ ਦਾ ਤਾਂ ਕਲਚਰ ਰਿਹਾ ਕਿ ਅਸੀਂ ਔਖੀ ਤੋਂ ਔਖੀ, ਦੇਖੋ ਤੁਸੀਂ ਯਾਦ ਕਰਕੇ ਦੇਖੋ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜੀ 'ਚ ਖੜੇ ਤੇ ਕਿਵੇਂ ਆਪਣੇ ਪੁੱਤਾਂ ਨੂੰ ਯੁੱਧ ਦੇ ਮੈਦਾਨ 'ਚ ਸ਼ਹੀਦ ਕਰਾ ਕੇ ਤੇ ਕਿਵੇਂ ਚੜ੍ਹਦੀ ਕਲਾ 'ਚ ਰਹਿ ਕੇ ਲਲਕਾਰ ਕੇ ਦੁਸ਼ਮਣ ਨੂੰ। ਤਾਂ ਇਹ ਸਾਰਾ ਗੜੀ ਦਾ ਮੈਦਾਨ ਤੋਂ ਕਿੱਡਾ ਵੱਡਾ ਦੇਖੋ, ਤੁਸੀਂ ਸਾਡੇ ਇਤਿਹਾਸ ਦੇਖੋ ਨਾ। ਜਦੋਂ ਕਦੇ ਢਹਿੰਦੀ ਕਲਾ ਮਨ 'ਚ ਆਵੇ ਤਾਂ ਆਪਣਾ ਇਤਿਹਾਸ ਦੇਖੋ। ਉਹ ਢਹਿੰਦੀ ਕਲਾ ਦਾ ਮਤਲਬ ਵੀ ਕੁਛ ਨਹੀਂ। ਢਹਿੰਦੀ ਕਲਾ 'ਚ ਜਾਣ ਦਾ ਨਾਲ ਕੇ ਕੀ ਸੌਰੂ ਆ। ਜੋ ਮਿਲਣਾ ਚੜ੍ਹਦੀ ਕਲਾ 'ਚ ਰਹਿ ਕੇ ਮਿਲਣਾ। ਤਾਂ ਖੁਸ਼ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਹਿੰਮਤ ਨਾਲ ਸਾਰੇ ਕੰਮ ਕਰਨੇ, ਆਸੇ ਪਾਸੇ ਦੀ ਸਾਰੀ ਹੈਲਪ ਕਰਨੀ। ਸਮਾਜ ਦੇ ਜਿੰਨੇ ਆਲੇ ਦੁਆਲੇ ਤੁਹਾਡੇ ਵਿਚਰਦੇ ਪਰਿਵਾਰ ਹੈ, ਚਾਹੇ ਪਿੰਡ ਹੈ, ਚਾਹੇ ਮਹੱਲਾ, ਹਰ ਬੰਦੇ ਦੀ ਮਦਦ ਕਰੋ, ਉਹਨੂੰ ਖੁਸ਼ ਰੱਖੋ, ਉਹਦੇ ਨਾਲ ਹਾਸਾ ਮਜ਼ਾਕ ਕਰੋ, ਕੋਈ ਮਿਲੋ ਗਿਲੋ। ਤਾਂ ਉਹ ਸਾਰਾ ਹੁਣ ਅੱਜ ਕੱਲ੍ਹ ਤੁਸੀਂ ਵਰਤਾਰਾ ਦੇਖ ਲਿਆ, ਸਾਨੂੰ ਉਲਟ ਕੋਸ਼ਿਸ਼ ਕਰ ਰਹੇ ਕਿ ਮਿਲਣਾ ਜੁਲਣਾ ਬੰਦ ਕਰ ਦੇਣ, ਸੋਸ਼ਲ ਡਿਸਟੈਂਸਿੰਗ ਦੇ ਨਾਂ 'ਤੇ ਮਾਸਕਾਂ ਦੇ ਨਾਂ 'ਤੇ। ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਸਮਾਜ ਦੇ ਅੰਦਰ ਤੁਹਾਨੂੰ ਡੈਮੇਜ ਕਰਨ ਲਈ, ਤੁਹਾਨੂੰ ਪਰਮਾਨੈਂਟਲੀ ਪੰਗੂ ਕਰਨ ਲਈ ਬਣਾਇਆ ਜਾ ਰਿਹਾ। ਉਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਆਪਾਂ ਨੂੰ, ਜਿਹਨੂੰ ਕਹਿੰਦੇ ਆ ਐਮਪਾਵਰਮੈਂਟ, ਅੰਗਰੇਜ਼ੀ ਕਹਿੰਦੇ ਨੇ ਐਮਪਾਵਰਮੈਂਟ, ਕਿ ਸਮਾਜ ਨੂੰ ਅਸੀਂ ਉਹਦਾ ਕਰਨਾ, ਸ਼ਕਤੀਕਰਨ ਕਰਨਾ ਉਹਦਾ, ਕਿ ਸਮਾਜ ਆਪਣੇ ਅੰਦਰ ਹੀ ਇੱਕ ਬਹੁਤ ਸ਼ਕਤੀ ਹੁੰਦੀ ਹੈ ਸਮਾਜ ਦੇ ਅੰਦਰ ਕੋਆਪਰੇਸ਼ਨ, ਆਪਸੀ ਮੇਲ ਜੋਲ, ਆਪਸੀ ਭਾਈਚਾਰਾ, ਇਹ ਸਾਰਾ ਕੁਝ ਜਿਹੜਾ ਹੈ ਉਹਨੂੰ ਅਗਰ ਮਜ਼ਬੂਤ ਕਰ ਲਾਂਗੇ ਤਾਂ ਉਹਦੇ ਅੰਦਰ ਇੱਕ ਸਿਸਟਮ ਡਿਵੈਲਪ ਹੋਊਗਾ ਹੈਲਥ ਦਾ, ਜਿਹਨੂੰ ਅਸੀਂ ਕਹਾਂਗੇ ਕਿ ਸਮਾਜ ਦਾ ਆਪਣਾ ਹੈ। ਮਤਲਬ ਆਪਣੇ ਡਾਕਟਰ ਆਪ ਬਣਨ ਦਾ ਮਤਲਬ ਇਹ ਨਹੀਂ ਕਿ ਮੈਂ ਇਕੱਲਾ ਹੀ ਚੌਧਰੀ ਹਾਂ। ਆਪਣੇ ਡਾਕਟਰ ਆਪ ਬਣੋ ਮਤਲਬ ਕਿ ਜਿਹੜੀ ਬਾਹਰੀ ਮਹਿੰਗੀ ਹੈਲਪ ਹੈ, ਪੇਡ ਹੈਲਪ ਹੈ, ਕਮਰਸ਼ਲਾਈਜ਼ਡ ਹੈਲਪ ਹੈ, ਵਪਾਰ ਹੈ, ਉਹਦੀ ਲੋੜ ਨਾ ਪਵੇ। ਸਮਾਜ ਦੇ ਅੰਦਰ ਇੱਦਾਂ ਦਾ ਡਿਫੈਂਸ ਸਿਸਟਮ ਹੋਵੇ, ਉਹਦੇ ਹੈਲਥ ਦਾ ਕੰਪੋਨੈਂਟ ਦੇ ਵਿੱਚ ਹੀ ਹੋਵੇ, ਕਿ ਜੇ ਹੈਲਥ ਕੋਈ ਸਾਡੇ ਪਿੰਡ ਦਾ ਬੰਦਾ ਬਿਮਾਰ ਹੈ, ਮੇਰੇ ਮਹੱਲੇ ਦਾ ਬੰਦਾ ਬਿਮਾਰ ਹੈ, ਨਾਲ ਦੇ ਸਾਰੇ ਮਹੱਲੇ ਨੂੰ ਪਤਾ ਹੋਣਾ ਚਾਹੀਦਾ ਵੀ ਫਲਾਣੇ ਬੰਦੇ ਨੂੰ ਆਹ ਬਿਮਾਰੀ ਹੈ, ਤੇ ਉਹਦੀ ਇੱਦਾਂ ਆਪਾਂ ਹੈਲਪ ਕਰਨੀ ਹੈ। ਸੋ ਉਹਦਾ ਮਤਲਬ ਇਹ ਹੈ। ਮੇਰਾ ਮਤਲਬ ਜਦੋਂ ਆਪਾਂ ਕਹਿੰਦੇ ਹਾਂ ਕਿ ਆਪਣੇ ਡਾਕਟਰ ਆਪਣਾ ਦਾ ਮਤਲਬ ਨਹੀਂ ਇਕੱਲਾ ਵਿਅਕਤੀ ਜ਼ਰੂਰੀ ਹੋਵੇ। ਉਹ ਗਲੀ ਵੀ ਜਿਹੜੀ ਹੈ ਆਪਣਾ ਡਾਕਟਰ ਆਪ ਬਣ ਸਕਦੀ, ਉਹ ਮਹੱਲਾ ਵੀ ਬਣ ਸਕਦਾ, ਉਹ ਪਿੰਡ ਵੀ ਬਣ ਸਕਦਾ। ਤਾਂ ਮਤਲਬ ਕਿ ਕਿਸੇ ਵੀ ਉਸ ਹੈਲਪ ਦੀ ਜ਼ਰੂਰਤ ਹੈ ਜਿਹੜੀ ਕਿ ਹਾਈਲੀ ਮਹਿੰਗੀ ਹੋਵੇ, ਬਹੁਤ ਜ਼ਿਆਦਾ ਟੈਕਨੀਕਲ ਹੋਵੇ, ਬਹੁਤ ਜ਼ਿਆਦਾ ਉਹ 'ਚ ਲੁੱਟ ਖਸੁੱਟ ਹੋਵੇ, ਬਹੁਤ ਜ਼ਿਆਦਾ ਉਹਦੇ ਅੰਦਰ ਗੰਦੀਆਂ ਦਵਾਈਆਂ ਖਾਣੀਆਂ ਪੈਣ ਜਾਂ ਸਰਜਰੀਆਂ ਕਰਾਉਣੀਆਂ ਪੈਣ, ਉਸ ਤੋਂ ਪਹਿਲਾਂ ਕੀ ਹੋ ਸਕਦਾ, ਉਹ ਸਿਸਟਮ ਡਿਵੈਲਪ ਹੋ ਸਕਦਾ। ਤਾਂ ਉਹ ਸਿਸਟਮ ਹੁਣ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈ ਜਿਹੜੇ ਕਮਰਸ਼ੀਅਲ ਲੋਕ ਨੇ, ਜਿਨ੍ਹਾਂ ਨੇ ਵਪਾਰ ਕਰਨਾ, ਉਹ ਤੋੜਨ ਦੀ ਕੋਸ਼ਿਸ਼ ਕਰ ਰਹੇ ਆ। ਸਾਨੂੰ ਉਹਦੇ ਉਲਟ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਲੋਕਾਂ ਨੂੰ ਇੰਪਾਵਰ ਕਰੀਏ, ਲੋਕਾਂ ਦੇ ਅੰਦਰ ਉਹ ਸ਼ਕਤੀ ਪੈਦਾ ਕਰੀਏ ਕਿ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਕਰਨ, ਸਣੇ ਹੈਲਥ ਸਮੱਸਿਆਵਾਂ। ਡਾਕਟਰ ਸਾਹਿਬ ਤੁਸੀਂ ਇੰਨੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਡਾਕਟਰੀ ਪੇਸ਼ੇ ਨੂੰ ਲੈ ਕੇ, ਇਨਸਾਨ ਦੀ ਹੈਲਥ ਨੂੰ ਲੈ ਕੇ, ਕਿਵੇਂ ਬਿਮਾਰੀਆਂ ਵੱਧ ਰਹੀਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕੋਈ ਵੇਲਾ ਸੀਗਾ ਜਦੋਂ ਬਿਮਾਰੀਆਂ ਘੱਟ ਸੀਗੀਆਂ ਅਤੇ ਇਹ ਸੋਚ ਸੀਗੀ ਕਿ ਡਾਕਟਰੀ ਪੇਸ਼ਾ ਵਧੇਗਾ, ਡਾਕਟਰਾਂ ਦੀ ਗਿਣਤੀ ਵਧੇਗੀ ਅਤੇ ਬਿਮਾਰੀਆਂ ਜਿਹੜੀਆਂ ਰਹਿੰਦੀਆਂ ਖੁੰਦੀਆਂ ਹੋਣਗੀਆਂ ਉਹ ਵੀ ਖਤਮ ਹੋ ਜਾਣਗੀਆਂ। ਲੇਕਿਨ ਡਾਕਟਰੀ ਪੇਸ਼ਾ ਵਧਿਆ, ਡਾਕਟਰ ਵਧੇ, ਬਿਮਾਰੀਆਂ ਜਿਹੜੀਆਂ ਉਸ ਨਾਲੋਂ ਕਈ ਗੁਣਾ ਵੱਧ ਗਈਆਂ ਅਤੇ ਬਿਮਾਰ ਜਿਹੜੇ ਨੇ ਅੱਜ ਜਿਹੜੇ ਆ ਕਰੋੜਾਂ ਦੀ ਗਿਣਤੀ ਦੇ ਵਿੱਚ ਹੈਗੇ ਨੇ। ਹਰ ਘਰ ਦੇ ਵਿੱਚ ਜੇ 5 ਜੀ ਨੇ ਤਾਂ 4 ਬਿਮਾਰ ਨੇ। ਸੋ ਇਹ ਹਾਲਾਤ ਕਿਉਂ ਪਹੁੰਚੇ ਨੇ, ਇਹਦੇ ਪਿੱਛੇ ਦੇ ਕੀ ਕਾਰਨ ਨੇ, ਕਿਵੇਂ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ, ਕਿਵੇਂ ਜਿਹੜੀ ਸਾਡੀਆਂ ਕਿਹੜੀਆਂ ਪੱਧਤੀਆਂ ਨੂੰ ਮਾਰ ਦਿੱਤਾ ਗਿਆ, ਅਤੇ ਕਿਵੇਂ ਇੱਕ ਜਿਹੜੀ ਸਿਹਤ ਸੁਵਿਧਾਵਾਂ ਜਿਹੜੇ ਲੋਕਾਂ ਤੱਕ ਪਹੁੰਚਾਉਣ ਲਈ ਜਿਹੜੇ ਆ ਉਹ ਸਪੈਸ਼ਲਿਸਟ ਜਿਹੜੇ ਨੇ, ਮਾਹਰ ਜਿਹੜੇ ਨੇ, ਉਹ ਡਾਕਟਰ ਜਿਹੜੇ ਨੇ ਉਹ ਪੈਦਾ ਕੀਤੇ ਗਏ ਨੇ, ਅਤੇ ਉਹਨਾਂ ਦੇ ਕਿਹੜੇ ਨੁਕਸਾਨ ਹੋਏ ਨੇ, ਕਿਹੜੇ ਤਰੀਕਿਆਂ ਦੇ ਨਾਲ ਸਰੀਰ ਦਾ ਇਲਾਜ ਹੋਣਾ ਚਾਹੀਦਾ। ਇਹ ਪੂਰੀ ਜਾਣਕਾਰੀ ਜਿਹੜੀ ਹੈ ਵਿਸਥਾਰ ਦੇ ਨਾਲ ਡਾਕਟਰ ਸਾਹਿਬ ਨੇ
ਤੁਹਾਡੇ ਸਾਹਮਣੇ ਰੱਖੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਇਹੋ ਜਿਹੀ ਜਾਣਕਾਰੀ ਜਿਹੜੀ ਕਿ ਸਾਰਿਆਂ ਦੀ ਸਿਹਤ ਨਾਲ ਜੁੜੀ ਹੋਵੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।